ਸਤਿ ਸ਼੍ਰੀ ਅਕਾਲ ਜੀ। ਇੰਡੀਆ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਵਾ ਸੁਮਨ ਚੰਦਾ ਤੇ ਗੱਲ ਕਰਾਂਗੇ ਉਸ ਬਿਮਾਰੀ ਦੀ, ਕਰੋਨਾ ਵਾਇਰਸ ਦੀ, ਜਿਸ ਦੇ ਖਿਲਾਫ ਦੇਸ਼ ਦੁਨੀਆ ਦੇ ਵਿੱਚ ਲੜਾਈ ਲੜੀ ਜਾ ਰਹੀ ਹੈ ਅਤੇ ਇਸ ਲੜਾਈ ਦੇ ਪਾਰ ਜਾਣ ਦੇ ਲਈ, ਇਸ ਲੜਾਈ ਤੇ ਜਿੱਤ ਹਾਸਲ ਕਰਨ ਦੇ ਲਈ ਲਾਕਡਾਊਨ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ। ਹੁਣ 3 ਮਈ ਤੱਕ ਜਿਹੜਾ ਹੈ ਦੇਸ਼ ਭਰ ਦੇ ਵਿੱਚ ਲਾਕਡਾਊਨ ਜਿਹੜਾ ਉਹ ਜਾਰੀ ਰਹੇਗਾ। ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੀ ਬਾਰ-ਬਾਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ। ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ ਜਿਹੜੀ ਹੈਗੀ ਹੈ 199 ਪਹੁੰਚ ਚੁੱਕੀ ਹੈ ਤੇ ਦੇਸ਼ ਭਰ ਦੇ ਵਿੱਚ ਜਿਹੜੀ ਇਹ ਗਿਣਤੀ ਹੈਗੀ ਹੈ 12,000 ਦੇ ਪਾਰ ਪਹੁੰਚ ਚੁੱਕੀ ਹੈ ਤੇ ਦੇਸ਼ ਭਰ ਦੇ ਵਿੱਚ ਕੁੱਲ 414 ਜਿਹੜੇ ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਤੇ ਹਾਲਾਂਕਿ ਬਹੁਤ ਸਾਰੇ ਮਰੀਜ਼ ਅਜਿਹੇ ਵੀ ਹੈਗੇ ਨੇ ਜਿਹੜੇ ਇਸ ਕਰੋਨਾ ਵਾਇਰਸ ਨੂੰ ਮਾਤ ਵੀ ਦੇ ਰਹੇ ਨੇ ਔਰ ਕਈ ਜਿਹੜੇ ਨੇ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਵਾਪਸ ਵੀ ਜਾ ਰਹੇ ਨੇ। ਲਾਕਡਾਊਨ ਜਿਹੜਾ ਸਮਾਂ ਹੈ ਉਹ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਆਏ, ਦੇਸ਼ ਨੂੰ ਸੰਬੋਧਨ ਕੀਤਾ ਤੇ 3 ਮਈ ਤੱਕ ਜਿਹੜਾ ਲਾਕਡਾਊਨ ਦਾ ਸਮਾਂ ਵਧਾਇਆ ਗਿਆ। ਪਰ ਕੁਝ ਇੱਕ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਇਹ ਸਾਹਮਣੇ ਆਈਆਂ ਕਿ ਲੋਕ ਇਕੱਠੇ ਹੋ ਰਹੇ ਨੇ, ਭਾਵੇਂ ਉਹ ਰਿਊਮਰਸ ਕਰਕੇ ਇਕੱਠੇ ਹੋ ਗਏ ਤੇ ਭਾਵੇਂ ਉਹ ਕਿਸੇ ਹੋਰ ਕਾਰਨ ਦੇ ਕਰਕੇ। ਕੱਲ ਲੁਧਿਆਣਾ ਦੇ ਵਿੱਚ ਵੀ ਅਜਿਹੀਆਂ ਹੀ ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਨੇ ਉਹ ਇਕੱਠੇ ਹੋ ਗਏ ਔਰ ਵੱਡਾ ਜਮਾਵੜਾ ਜਿਹੜਾ ਹੈਗਾ ਉੱਥੇ ਲੱਗ ਗਿਆ ਤੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਹਟਾਉਣ ਦੇ ਲਈ ਉੱਥੇ ਪੁਲਿਸ ਬਲ ਨੂੰ ਵੀ ਤਾਇਨਾਤ ਕਰਨਾ ਪਿਆ। ਉਹਨਾਂ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਉਹਨਾਂ ਨੂੰ ਰਾਸ਼ਨ ਪਾਣੀ ਨਹੀਂ ਮਿਲ ਰਿਹਾ ਹੈਗਾ, ਜਿਸ ਕਰਕੇ ਉਹਨਾਂ ਨੂੰ ਮਜਬੂਰਨ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਪਿਆ ਤੇ ਸੜਕਾਂ ਤੇ ਉਤਰਨਾ ਪਿਆ। ਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਸ ਤਰੀਕੇ ਦੇ ਬੰਦੋਬਸਤ ਨਹੀਂ ਕੀਤੇ ਗਏ ਜਾਂ ਸਰਕਾਰ ਵੱਲੋਂ ਇਸ ਤਰੀਕੇ ਦੇ ਬੰਦੋਬਸਤ ਨਹੀਂ ਕੀਤੇ ਗਏ ਕਿ ਜਿਹੜੇ ਉਹਨਾਂ ਨੂੰ ਜਿਹੜਾ ਰਾਸ਼ਨ ਪਾਣੀ ਜਿਹੜਾ ਨਹੀਂ ਮਿਲ ਰਿਹਾ ਹੈਗਾ। ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਸਾਡੇ ਕੁਝ ਮਹਿਮਾਨ ਮੇਰੇ ਨਾਲ ਜੁੜੇ ਹੋਏ ਨੇ। ਲੁਧਿਆਣਾ ਤੋਂ ਪ੍ਰਿਤਪਾਲ ਸਿੰਘ ਜੀ ਸਾਡੇ ਨਾਲ, ਜੋ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹ ਮੇਰੇ ਨਾਲ ਜੁੜੇ ਹੋਏ ਨੇ ਤੇ ਅਰਸ਼ਦੀਪ ਕਲੇਰ ਸਾਡੇ ਨਾਲ ਜੁੜੇ ਹੋਏ ਨੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਦੋਨਾਂ ਹੀ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ। ਪ੍ਰਿਤਪਾਲ ਜੀ, ਮੈਂ ਤੁਹਾਡੇ ਕੋਲ ਆਵਾਂਗਾ ਸਭ ਤੋਂ ਪਹਿਲਾਂ ਤਾਂ ਕਿ ਜਿਸ ਤਰੀਕੇ ਦੇ ਨਾਲ ਕੱਲ ਲੁਧਿਆਣਾ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਆਈਆਂ ਕਿ ਪ੍ਰਵਾਸੀ ਜਿਹੜੇ ਮਜ਼ਦੂਰ ਹੈਗੇ ਨੇ ਉਹ ਸੜਕਾਂ ਤੇ ਉਤਰ ਆਏ ਔਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਰਾਸ਼ਨ ਪਾਣੀ ਜਿਹੜਾ ਹੈਗਾ ਉਹ ਨਹੀਂ ਮਿਲ ਪਾ ਰਿਹਾ ਹੈਗਾ, ਖਾਣਾ ਨਹੀਂ ਮਿਲ ਪਾ ਰਿਹਾ ਹੈਗਾ। ਜਦਕਿ ਬਾਰ-ਬਾਰ ਇਹੀ ਅਪੀਲ ਜਿਹੜੀ ਹੈ ਪ੍ਰਧਾਨ ਮੰਤਰੀ ਵੱਲੋਂ ਵੀ ਕੀਤੀ ਜਾ ਰਹੀ ਹੈ, ਸਰਕਾਰ ਵੱਲੋਂ ਵੀ ਇਹੀ ਅਪੀਲ ਕੀਤੀ ਜਾ ਰਹੀ ਹੈ, ਪ੍ਰਸ਼ਾਸਨ ਵੱਲੋਂ ਵੀ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਗਰੀਬ ਤੇ ਲੋੜਵੰਦ ਜਿਹੜੇ ਹੈਗੇ ਨੇ ਉਹਨਾਂ ਨੂੰ ਖਾਣਾ ਪਹੁੰਚਾਉਣਾ ਪਹਿਲ ਦੇ ਆਧਾਰ ਤੇ ਜਿਹੜੀ ਹੈਗੀ ਹੈ ਪਹਿਲ ਹੈਗੀ ਹੈ ਜਿਹੜੀ ਸਰਕਾਰ ਜਾਂ ਪ੍ਰਸ਼ਾਸਨ ਦੀ। ਪਰ ਇਹ ਅਜਿਹੀਆਂ ਤਸਵੀਰਾਂ ਕਿਉਂ ਸਾਹਮਣੇ ਆਈਆਂ ਲੁਧਿਆਣਾ ਦੇ ਵਿੱਚ ਕਿ ਸੜਕਾਂ ਤੇ ਹੀ ਉਤਰਨਾ ਪੈ ਗਿਆ ਉਹਨਾਂ ਨੂੰ, ਜਦਕਿ ਲਾਕਡਾਊਨ ਜਿਹੜਾ ਉਹ ਚੱਲਦਾ ਪਿਆ ਹੈਗਾ, ਲਾਕਡਾਊਨ ਦਾ ਪੀਰੀਅਡ ਚੱਲ ਰਿਹਾ ਹੈਗਾ। ਪ੍ਰਿਤਪਾਲ ਜੀ, ਮੇਰੀ ਆਵਾਜ਼ ਮਿਲ ਰਹੀ ਹੈ ਤੁਹਾਨੂੰ? ਸੋ ਲੱਗਦਾ ਪ੍ਰਿਤਪਾਲ ਜੀ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ। ਪਰ ਅਰਸ਼ਦੀਪ ਕਲੇਰ ਜੀ ਸਾਡੇ ਨਾਲ ਜੁੜੇ ਹੋਏ ਨੇ। ਅਰਸ਼ਦੀਪ ਜੀ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਜਿਸ ਤਰੀਕੇ ਦੀਆਂ ਤਸਵੀਰਾਂ ਪਹਿਲਾਂ ਮੁੰਬਈ ਦੇ ਵਿੱਚ ਸਾਹਮਣੇ ਆਈਆਂ ਤੇ ਹੁਣ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਤਰੀਕੇ ਦੀਆਂ ਤਸਵੀਰਾਂ ਦਾ ਸਾਹਮਣੇ ਆਉਣਾ, ਇਹ ਕੀ ਦਰਸਾਉਂਦਾ ਹੈਗਾ ਕਿ ਲਾਕਡਾਊਨ ਦਾ ਪੀਰੀਅਡ ਚੱਲ ਰਿਹਾ ਹੈਗਾ, ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ, ਪਰ ਉਹਨਾਂ ਵੱਲੋਂ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਸੜਕਾਂ ਤੇ ਉਤਰੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਰਾਸ਼ਨ ਪਾਣੀ ਨਹੀਂ ਮਿਲ ਰਿਹਾ ਹੈਗਾ ਔਰ ਜਿਹੜੇ ਸਥਾਨਕ ਆਗੂ ਹੈਗੇ ਨੇ ਉਹਨਾਂ ਦੇ ਪੱਖਪਾਤ ਦੇ ਵੀ ਉਹਨਾਂ ਨੇ ਇਲਜ਼ਾਮ ਲਗਾਏ। ਧੰਨਵਾਦ। ਪਰ ਜੋ ਅੱਜ ਮੈਂ ਗੱਲ ਕਹਿਣੀ ਚਾਹੁੰਦਾ, ਇਹ ਸਮਾਂ ਉਹ ਨਹੀਂ ਹੈਗਾ ਕਿ ਕਿਸੇ ਨੂੰ ਕ੍ਰਿਟਿਸਾਈਜ਼ ਕੀਤਾ ਜਾਵੇ, ਕਿਉਂਕਿ ਪੰਜਾਬ, ਦੁਨੀਆ ਜਾਂ ਹਿੰਦੁਸਤਾਨ, ਅਸੀਂ ਸਾਰੇ ਇੱਕ ਬੜੇ ਸੰਵੇਦਨਸ਼ੀਲ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਹਾਂ। ਬਟ ਅੱਜ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਮੈਨੂੰ ਇਹ ਗੱਲ ਕਹਿਣੀ ਚ ਬੜੀ ਜ਼ਿਆਦਾ ਦੁੱਖ ਹੈ ਇਸ ਗੱਲ ਦਾ ਕਿ ਅਗਰ 20 ਦਿਨ ਗੁਜ਼ਰ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਗਰੀਬਾਂ ਤੱਕ ਰਾਸ਼ਨ ਪਹੁੰਚਾਉਣ ਚ ਨਾਕਾਮ ਹੈ ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਦਾ ਵਿਸ਼ਾ ਹੈ। ਔਰ ਪੰਜਾਬ ਉਹ ਸੂਬਾ ਹੈ ਜਿੱਥੇ ਪੰਜਾਬ ਸਰਕਾਰ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਇੱਕ ਅੱਗੇ ਆ ਕੇ ਫਰੰਟ ਲਾਈਨ ਤੇ ਆ ਕੇ ਲੋਕਾਂ ਦੀ ਸੇਵਾ ਵਿੱਚ ਜੁੜੀਆਂ ਹੋਈਆਂ ਨੇ। ਪਰ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ, ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਪੰਜਾਬ ਸਰਕਾਰ ਇਹ ਕਲੇਮ ਕਰਦੀ ਹੈ ਕਿ ਜੀ ਸਾਰੇ ਐਮਐਲਏਆਂ ਨੂੰ ਰਾਸ਼ਨ ਪਹੁੰਚ ਚੁੱਕਿਆ ਹੈ। ਅਗਰ ਐਮਐਲਏਆਂ ਕੋਲੇ ਰਾਸ਼ਨ ਪਹੁੰਚ ਚੁੱਕਿਆ ਹੈ ਤਾਂ ਅੱਗੇ ਲੋਕਾਂ ਦੇ ਵਿੱਚ ਕਿਉਂ ਨਹੀਂ ਗਿਆ, ਇਹ ਆਪਣੇ ਆਪ ਦੇ ਵਿੱਚ ਬੜਾ ਸਵਾਲੀਆ ਨਿਸ਼ਾਨ ਹੈ। ਔਰ ਜੋ ਕੱਲ ਲੁਧਿਆਣੇ ਦੀ ਘਟਨਾ ਹੋਈ ਹੈ, ਮੈਂ ਵਾਸੂ ਜੀ ਇੱਕ ਗੱਲ ਤੁਹਾਡੇ ਮਾਧਿਅਮ ਨਾਲ ਇਹ ਗੱਲ ਕਹਿ ਦਿਆਂ ਕਿ ਅਗਰ ਤੁਸੀਂ ਇੱਕ ਗਰੀਬ ਤੱਕ ਰਾਸ਼ਨ ਨਹੀਂ ਪਹੁੰਚਾਓਗੇ, ਭੁੱਖਾ ਮਰਨ ਦੇ ਉਹਦੇ ਤੁਸੀਂ ਹਾਲਾਤ ਪੈਦਾ ਕਰੋਗੇ, ਤਾਂ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰ-ਬਾਰ ਸਾਹਮਣੇ ਆਉਣਗੀਆਂ। ਚਾਹੇ ਆਪਾਂ ਜਿੰਨਾ ਮਰਜ਼ੀ ਲੋਕਾਂ ਨੂੰ ਅਪੀਲ ਕਰ ਲਈਏ ਕਿ ਸਮਾਂ ਬੜਾ ਸੰਵੇਦਨਸ਼ੀਲ ਹੈ, ਤੁਸੀਂ ਆਪਣੇ ਘਰ ਵਿੱਚ ਬੈਠੋ, ਪਰ ਕੋਈ ਭੁੱਖ ਨਹੀਂ ਬਰਦਾਸ਼ਤ ਕਰ ਸਕਦਾ, ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਬਰਦਾਸ਼ਤ ਕਰ ਸਕਦਾ। ਸੋ ਮੇਰੀ ਬੇਨਤੀ ਹੈ ਕਿ ਪੰਜਾਬ ਸਰਕਾਰ
ਜ਼ਰਾ ਇਸ ਨੂੰ ਆਪਣੇ ਸਿਸਟਮ ਨੂੰ ਅੱਜ 20-21 ਦਿਨ ਬਹੁਤ ਲੰਬਾ ਸਮਾਂ ਹੈਗਾ, ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਸਟ੍ਰੀਮਲਾਈਨ ਕਰੇ। ਅੱਜ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨੁਕਤਾਚੀਨੀ ਨਹੀਂ ਕਰਨੀ ਚਾਹੁੰਦੇ, ਸਿਰਫ ਇਹ ਸੁਝਾਅ ਦੇਣਾ ਚਾਹੁੰਦੇ ਆ ਕਿ ਅਗਰ ਇਹ ਚੀਜ਼ਾਂ ਦੇ ਵਿੱਚੋਂ ਬਾਹਰ ਆਉਣਾ ਹੈ ਤਾਂ ਆਪਣੀ ਐਫਰਟਸ ਵਧਾਓ, ਆਪਣੇ ਐਮਐਲਏਆਂ ਨੂੰ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਨੂੰ ਚੈੱਕ ਕਰੋ, ਔਰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਉਹ ਖੁਦ ਫਰੰਟ ਲਾਈਨ ਤੇ ਆਉਣ। ਇਹ ਸਮਾਂ ਹੈ ਕਿ ਜਰਨੈਲ ਹੈ ਜਿਹੜਾ ਪੰਜਾਬ ਦੇ ਹੁਣ ਮੁੱਖ ਮੰਤਰੀ ਸਾਹਿਬ ਨੇ, ਉਹ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਦਿਨ ਰਾਤ ਹਾਜ਼ਰ ਕਰਨ। ਰਾਈਟ ਪ੍ਰਿਤਪਾਲ ਜੀ, ਲੁਧਿਆਣਾ ਦੇ ਵਿੱਚ ਇਸ ਤਰੀਕੇ ਦੀਆਂ ਤਸਵੀਰਾਂ ਦਾ ਸਾਹਮਣੇ ਆਉਣਾ, ਨੋ ਡਾਊਟ ਕਿ ਅਸੀਂ ਕਿਸੇ ਨੂੰ ਪੋਲੀਟੀਸਾਈਜ਼ ਇਸ ਮੁੱਦੇ ਨੂੰ ਨਹੀਂ ਕਰਨਾ ਚਾਹੁੰਦੇ, ਪਰ ਕਿਤੇ ਲੋਕਾਂ ਦੀ ਸੇਫਟੀ ਦੇ ਨਾਲ ਔਰ ਲੋਕਾਂ ਦੀ ਸੇਫਟੀ ਦੇ ਨਾਲ ਇਸ ਤਰੀਕੇ ਦਾ ਖਿਲਵਾੜ ਹੋਣਾ, ਉਹ ਵੀ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ, ਇਹ ਇੱਕ ਵੱਡਾ ਔਰ ਸੋਚਣ ਵਾਲਾ ਤੇ ਗੰਭੀਰ ਵਿਸ਼ਾ ਹੈਗਾ। ਦੇਖੋ ਵਾਸੂ ਦੀ ਗੱਲ ਇਹ ਆ ਕਿ ਜੋ ਕਰੋਨਾ ਚੱਲ ਰਿਹਾ, ਕਿਉਂਕਿ ਆਪਾਂ ਸਾਰਿਆਂ ਨੇ, ਪ੍ਰਧਾਨ ਮੰਤਰੀ ਜੀ ਨੇ ਵੀ ਇਹ ਅਪੀਲ ਕੀਤੀ ਤੇ ਮੁੱਖ ਮੰਤਰੀ ਉਹਨਾਂ ਨੇ ਪਹਿਲ ਕਦਮੀ ਕਰਦੇ ਹੋਏ ਪੂਰੇ ਪੰਜਾਬ 'ਚ ਕਰਫਿਊ ਲਾਤਾ। ਹੁਣ ਗੱਲ ਹੈ ਕਿ 20-22 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਜਦੋਂ ਲਾਕਡਾਊਨ ਹੋ ਚੁੱਕਿਆ। ਲੋਕਾਂ ਦੇ ਰੁਜ਼ਗਾਰ ਦੀ ਲੋਕਾਂ ਨੂੰ ਟੈਨਸ਼ਨ ਪੈ ਚੁੱਕੀ ਆ, ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੈ। ਪੰਜਾਬ ਸਰਕਾਰ, ਪੰਜਾਬ ਪੁਲਿਸ ਜਿਹੜੇ ਲੋਕ ਫੇਕ ਨਿਊਜ਼ ਚਲਾਉਂਦੇ ਨੇ ਉਹਨਾਂ ਤੇ ਐਫਆਈਆਰ ਦਰਜ ਕਰਦੀ। ਜਿਵੇਂ ਆਪਾਂ ਪਿਛਲੇ ਦਿਨੀ ਬਾਂਦਰਾ ਦੀ ਘਟਨਾ ਦੇਖੀ ਆ ਬੰਬੇ ਦੇ ਵਿੱਚ, ਉੱਥੇ ਇੱਕ ਚੈਨਲ ਨੇ ਇੱਕ ਨਿਊਜ਼ ਚਲਾਤੀ ਸੀ ਕਿ ਟ੍ਰੇਨਾਂ ਚਾਲੂ ਹੋਣ ਵਾਲੀਆਂ ਨੇ। ਉਸੇ ਹਿਸਾਬ ਨਾਲ ਕੋਈ ਸ਼ਰਾਰਤੀ ਅੰਸਰ ਅੱਜ ਵੀ ਸਮਾਜ ਦੇ ਵਿੱਚ ਬੈਠੇ ਨੇ। ਹੁਣ ਆਪਾਂ ਬਾਕੀ ਦਿਨਾਂ ਦੇ ਵਿੱਚ ਵੀ ਦੇਖਿਆ, ਹੁਣ ਕਈ ਲੋਕ ਕਹਿੰਦੇ ਆ ਕਿ ਅਸੀਂ ਲੰਗਰ ਤੋਂ ਤੰਗ ਆ ਗਏ ਕਿ ਜਿਹੜਾ ਰੋਜ਼ ਦੀ ਰੋਜ਼ ਸਾਨੂੰ ਉਹੀ ਚੀਜ਼ ਕੰਟੀਨਿਊਟੀ 'ਚ ਮਿਲਦੀ ਆ। ਆਪਾਂ ਇਹ ਵੀ ਵੇਖਿਆ ਕਿ ਜਿਹੜੇ ਥੱਲੇ ਰਹਿਣ ਵਾਲੇ ਆ, ਇੱਕ ਪਰਿਵਾਰ ਪ੍ਰਵਾਸੀ ਕਹਿ ਰਿਹਾ ਸੀ ਕਿ ਸਾਡੇ ਬੱਚਿਆਂ ਦੇ ਪੇਟ ਖਰਾਬ ਹੋ ਚੁੱਕੇ ਆ ਦਾਲ ਨਾਲ ਰੋਟੀਆਂ ਖਾ ਕੇ, ਅਸੀਂ ਮੀਟ ਤੇ ਹੱਡੀਆਂ, ਅਸੀਂ ਅੰਡੇ ਖਾਂਦੇ ਹਾਂ, ਦੂਜਾ ਤੀਜਾ। ਪਰ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਜਿਹੜਾ ਉਹਨਾਂ ਕੋਲ ਲੰਗਰ ਦੀ ਵਿਵਸਥਾ ਸੀ ਉਹ ਤਾਂ ਉਹਨਾਂ ਨੇ ਮੰਨਿਆ ਕਿ ਸਾਡੇ ਕੋਲ ਆ ਰਿਹਾ, ਸੁੱਕਾ ਰਾਸ਼ਨ ਵੀ ਆ ਰਿਹਾ ਤੇ ਬਣਿਆ ਹੋਇਆ ਲੰਗਰ ਵੀ ਪ੍ਰੋਵਾਈਡ ਹੋ ਰਿਹਾ। ਹੁਣ ਗੱਲ ਹੈ ਕਿ ਫਰਸਟ੍ਰੇਸ਼ਨ ਆ ਜਾਂਦੀ ਜਦੋਂ ਤੁਸੀਂ ਬਹੁਤ ਦਿਨਾਂ ਤੋਂ ਘਰ 'ਚ ਬੈਠੇ ਹੋ ਜਾਓ, ਤੇ ਉਹ ਫਰਸਟ੍ਰੇਸ਼ਨ ਦਾ ਪਾਰਟ ਸੀਗਾ ਕਿ ਉਹ ਲੋਕਾਂ ਦੇ ਵਿੱਚ ਕੋਈ ਐਸੇ ਅੰਸਰ ਬੈਠੇ ਜਿਨ੍ਹਾਂ ਨੇ ਉਹਨਾਂ ਨੂੰ ਉਕਸਾਇਆ, ਉਹ ਸੜਕਾਂ ਤੇ ਆਏ। ਬਟ ਪ੍ਰਸ਼ਾਸਨ ਨੇ ਜਿਹੜੇ ਉਹਨਾਂ ਦੇ ਮੋਹਤਵਾਰ ਬੰਦੇ ਸੀ ਉਹਨਾਂ ਨਾਲ ਡਿਸਕਸ ਆਊਟ ਕਰਕੇ ਉਹ ਮੈਟਰ ਸੋਲਵ ਆਊਟ ਕਰ ਲਿਆ ਕਿ ਤੁਹਾਨੂੰ ਅਗਰ ਸੁੱਕਾ ਰਾਸ਼ਨ ਚਾਹੀਦਾ, ਅਸੀਂ ਤਾਂ ਦਾਲ ਦੇ ਸਕਦੇ ਹਾਂ, ਆਟਾ ਦੇ ਸਕਦੇ ਹਾਂ, ਹੋਰ ਜਿਹੜਾ ਮਾੜਾ ਮੋਟਾ ਸਮਾਨ ਆ ਸਰਕਾਰ ਉਹ ਚੀਜ਼ਾਂ ਪ੍ਰੋਵਾਈਡ ਕਰਦੀ ਪਈ ਆ। ਬਟ ਜਿੱਥੋਂ ਤੱਕ ਸੈਂਟਰ ਸਰਕਾਰ ਦਾ ਸਵਾਲ ਹੈਗਾ ਵਾ, ਇੱਕ ਨੈਸ਼ਨਲ ਡਿਜ਼ਾਸਟਰ ਫੰਡ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗੀ ਹੈ ਕਿ ਜੇ ਕੋਈ ਐਸੀ ਸਥਿਤੀ ਆ ਜਾਏ ਹਿੰਦੁਸਤਾਨ ਦੇ ਵਿੱਚ, ਕਿਤੇ ਆ ਜਾਏ ਕਲੈਮੇਸੀ ਆ ਜਾਏ ਜਾਂ ਕੋਈ ਐਸਾ ਲਾਕਡਾਊਨ ਕਰਨਾ ਪੈ ਜਾਏ, ਤਾਂ ਪਰ ਵਿਅਕਤੀ 60 ਰੁਪਏ ਦੇਣ ਦੀ ਵੀ ਇੱਕ ਪ੍ਰੋਵੀਜ਼ਨ ਹੈਗੀ, ਜਿਹਦੇ ਨਾਲ ਸੀਐਮ ਸਾਹਿਬ ਨੇ ਵੀ ਲਿਖਿਆ ਕਿ ਜਿਹੜੇ ਇਹ ਪ੍ਰਵਾਸੀ ਲੋਕ, ਕਿਉਂਕਿ ਆਪਾਂ ਬਾਕੀ ਦਿਨਾਂ 'ਚ ਵੀ ਦੇਖਿਆ ਜਿਵੇਂ ਦਿੱਲੀ 'ਚ ਬਹੁਤ ਲੋਕ ਲਾਰਜ ਨੰਬਰ ਤੇ ਪਲਾਨ ਕਰ ਗਏ ਸੀਗੇ, ਪਰ ਇਹ ਜੀ ਚੀਜ਼ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲੀ। ਮੋਸਟਲੀ ਲੋਕ ਇਹਨਾਂ ਦੇ ਵਿੱਚੋਂ ਮੰਡੀਆਂ ਦੇ ਵਿੱਚ ਪਹੁੰਚ ਚੁੱਕੇ ਨੇ ਕਿ ਰੁਜ਼ਗਾਰ ਮਿਲ ਚੁੱਕਿਆ ਹੈ। ਅਗਲੇ ਕੁਝ ਯੂਨਿਟ ਲੁਧਿਆਣੇ ਦੀਆਂ ਵਰਕਿੰਗ ਵੀ ਹੋ ਚੁੱਕੀਆਂ ਨੇ ਜਿੱਥੇ ਰੁਜ਼ਗਾਰ ਚੱਲਦਾ ਪਿਆ। ਬਟ ਲਾਰਜ ਨੰਬਰ ਆਫ ਲੋਕ ਸਾਡੇ ਕੋਲ ਹੈਗੇ ਨੇ ਪੰਜਾਬ ਦੇ ਵਿੱਚ, ਪ੍ਰਵਾਸੀ ਭਾਈਚਾਰਾ ਜਿਹੜੀ ਲੇਬਰ ਹੈ ਸਾਡੀ, ਉਹ ਕਿਤੇ ਨਾ ਕਿਤੇ ਇੱਕ ਫਰਸਟ੍ਰੇਸ਼ਨ ਦਾ ਪਾਰਟ ਹੈ। ਆਪਾਂ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵਾ, ਕਿਉਂਕਿ ਆਪਾਂ ਵੀ ਘਰੇ ਬੈਠੇ ਹੋਏ ਆ, ਸਟਕ ਹੋਏ ਸਾਰੇ ਜਾਣੇ, ਤਾਂ ਕਿਤੇ ਨਾ ਕਿਤੇ ਉਹ ਚੀਜ਼ ਉਤਪੰਨ ਹੁੰਦੀ ਹੈ ਤੇ ਉਹ ਬਾਹਰ ਆਈ ਆ। ਇਹਦੂ ਅੱਗੇ ਕੋਈ ਵੀ ਨਹੀਂ, ਬਾਕੀ ਇਹਨੂੰ ਸੋਲਵ ਆਊਟ ਕਰ ਲਿਆ ਗਿਆ ਲੁਧਿਆਣਾ ਦੇ ਪ੍ਰਸ਼ਾਸਨ ਵੱਲੋਂ, ਤੇ ਅੱਗੇ ਤੋਂ ਇਹਦੀ ਚੀਜ਼ ਖਿਆਲ ਰੱਖਿਆ ਜਾਊਗਾ ਕਿ ਨਾ ਹੋ ਸਕੇ, ਕਿਉਂਕਿ ਇਸ ਵੇਲੇ ਤਾਂ ਆਪਾਂ ਇੱਕ ਦੂਜੇ ਦਾ ਸਾਥ ਹੀ ਦੇ ਸਕਦੇ ਹਾਂ, ਇਹਦੂ ਅੱਗੇ ਕੁਝ ਨਹੀਂ ਕਰ ਸਕਦੇ। ਨੋ ਡਾਊਟ ਤੁਸੀਂ ਇਹ ਸਹੀ ਗੱਲ ਕਹੀ ਹੈਗੀ ਹੈ ਕਿ ਇਹ ਵੇਲਾ ਨਾ ਹੀ ਪੋਲੀਟੀਸਾਈਜ਼ ਕਰਨ ਦਾ ਹੈਗਾ, ਨਾ ਹੀ ਇਸ ਚੀਜ਼ ਨੂੰ ਵੇਖਣ ਦਾ ਕਿ ਕੌਣ ਇੱਥੇ ਪਾਸ ਹੋਇਆ, ਪ੍ਰਸ਼ਾਸਨ ਫੇਲ ਹੋਇਆ, ਇਹਨਾਂ ਚੀਜ਼ਾਂ ਦਾ ਇਹ ਡਿਸਕਸ ਕਰਨ ਦਾ ਕੋਈ ਉਹ ਨਹੀਂ ਹੈਗਾ, ਕਿਉਂਕਿ ਇਸ ਟਾਈਮ ਜਿਹੜੀ ਪ੍ਰਾਇਰਟੀ ਹੈਗੀ ਹੈ ਉਹ ਲੋਕਾਂ ਦੀ ਜਾਨ ਬਚਾਉਣਾ ਹੈਗਾ, ਭਾਵੇਂ ਉਹ ਸਰਕਾਰ ਹੋਵੇ ਭਾਵੇਂ ਉਹ ਪ੍ਰਸ਼ਾਸਨ ਹੋਵੇ। ਪਰ ਜੇਕਰ ਇਸ ਤਰੀਕੇ ਦੇ ਨਾਲ ਜਿਹੜੀਆਂ ਅਫਵਾਹਾਂ ਉੜਦੀਆਂ ਹੈਗੀਆਂ ਨੇ ਜਾਂ ਇਸ ਤਰੀਕੇ ਦੇ ਰਿਊਮਰਸ ਜਿਹੜੇ ਸਾਹਮਣੇ ਆਉਂਦੇ ਹੈਗੇ ਨੇ, ਭਾਵੇਂ ਉਹ ਸੋਸ਼ਲ ਮੀਡੀਆ ਤੇ ਹੋਣ, ਮੋਬਾਈਲ ਤੇ ਹੋਣ, ਮੈਸੇजेस ਦੇ ਥਰੂ ਹੋਣ, ਉਸ ਤੇ ਵੀ ਹੁਣ ਲੱਗਦਾ ਹੈ ਕਿ ਇੱਕ ਸਟੈਪ ਹੋਰ ਚੁੱਕਣਾ ਪਏਗਾ ਜਾਂ ਉਸ ਤੇ ਵੀ ਸਖਤੀ ਵਿਖਾਉਣ ਦੀ ਲੋੜ ਹੈਗੀ ਹੈ, ਕਿਉਂਕਿ ਪਹਿਲਾਂ ਜਿਹੜਾ ਲਾਕਡਾਊਨ ਦਾ ਪੀਰੀਅਡ ਜਿਹੜਾ ਹੈਗਾ ਸੀਗਾ, ਲਾਕਡਾਊਨ 1.0, ਉਸ ਦੇ ਵਿੱਚ ਲੋਕਾਂ ਨੇ ਜਿਹੜੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਸਖਤੀ ਵਿਖਾਈ, ਉਸ ਤੋਂ ਬਾਅਦ ਲੋਕ ਸਿੱਧੇ ਵੀ ਹੋ ਗਏ। ਪਰ ਹੁਣ ਸ਼ਾਇਦ ਉਹ ਵੀ ਸਮਾਂ ਆ ਗਿਆ ਕਿ ਇਹਨਾਂ ਚੀਜ਼ਾਂ ਤੇ ਵੀ ਹੁਣ ਨਕੇਲ ਕੱਸਣ ਦੀ ਲੋੜ ਪਏਗੀ, ਸਖਤੀ ਵਿਖਾਉਣ ਦੀ ਲੋੜ ਪਏਗੀ, ਕਿਉਂਕਿ ਆਫਟਰ ਆਲ ਜਿਹੜਾ ਇਸ ਟਾਈਮ ਮੈਟਰ ਹੈਗਾ ਉਹ ਲੋਕਾਂ ਦੀ ਜਾਨ ਬਚਾਉਣਾ ਹੈਗਾ। ਜੇਕਰ ਇਸ ਤਰੀਕੇ ਦੀਆਂ ਅਫਵਾਹਾਂ ਉੱਡਦੀਆਂ ਰਹਿਣਗੀਆਂ ਤਾਂ ਲੋਕ ਜੇ ਸੜਕਾਂ ਤੇ ਆਉਂਦੇ ਰਹਿਣਗੇ ਤਾਂ ਉਹ ਆਪਣਾ ਤਾਂ ਨੁਕਸਾਨ ਕਰ ਹੀ ਰਹੇ ਨੇ, ਨਾਲ ਦੇਸ਼ ਦਾ ਵੀ ਨੁਕਸਾਨ ਕਰਨਗੇ।
ਦੇਖੋ ਵਾਸੂ ਦੀ ਗੱਲ ਇਹ ਆ ਕਿ ਪੰਜਾਬ ਪੁਲਿਸ ਨੇ ਪਹਿਲ ਕਦਮੀ ਕਰਦੇ ਹੋਏ ਜਿਹੜੇ ਫੇਕ ਚੀਜ਼ਾਂ ਆ ਰਹੀਆਂ ਨੇ, ਚਾਹੇ ਇੱਕ ਸਾਡੇ ਅੱਜ ਚਾਹੇ ਉਹ ਨਿਊਜ਼ ਏਜੰਸੀ ਨਾਲ ਰਿਲੇਟਡ ਆਦਮੀ ਸੀਗਾ, ਉਹਦੇ ਤੇ ਵੀ FIR ਦਰਜ ਕੀਤੀ, ਉਹਨੇ ਕੁਝ ਫੇਕ ਚੀਜ਼ ਚਲਾਤੀ ਸੀ। ਇਸੇ ਕਰਕੇ ਸਰਕਾਰ ਜਿੱਥੇ ਜਿੱਥੇ ਚੀਜ਼ ਪਤਾ ਲੱਗਦੀ ਆ ਉੱਥੇ ਉੱਥੇ ਕਾਰਵਾਈ ਕਰਦੀ ਪਈ ਆ। ਪਰ ਗੱਲ ਇਹ ਹੈ ਕਿ ਆਪਾਂ ਦੇਖੀਏ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਚੀਜ਼ਾਂ ਆ ਚੁੱਕੀਆਂ ਨੇ, ਆਪਾਂ ਦੇਖ ਚੁੱਕੇ ਹਾਂ ਵੀਡੀਓ, ਸੂਰਤ ਦੀਆਂ ਵੀਡੀਓ ਦੇਖ ਚੁੱਕੇ ਹਾਂ, ਸੂਰਤ ਦੇ ਵਿੱਚ ਕਿਵੇਂ ਪ੍ਰਵਾਸੀ ਭੜਕਾਏ ਗਏ ਨੇ। ਇਹ ਵੇਲਾ ਇੱਕ ਐਸਾ ਵਾ ਕਿ ਜਿਹਦੇ ਵਿੱਚ ਅਸੀਂ ਸਾਰੇ ਹੀ ਸਟਕ ਆ ਤੇ ਲੋਕਾਂ ਨੂੰ ਵੀ ਇਹ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੂੰ, ਹੁਣ ਮੈਂ ਇੱਕ ਤਾਜ਼ਾ ਮਿਸਾਲ ਦਿੰਦਾ ਜੀ ਕਿ ਉੱਥੋਂ ਤੇਜਸਵੀ ਯਾਦਵ ਤੇ ਨਿਤੀਸ਼ ਕੁਮਾਰ ਹੁਣਾਂ ਨੇ CM ਸਾਹਿਬ ਨੂੰ ਟਵੀਟ ਕੀਤੇ ਕਿ ਇਹ ਜਗ੍ਹਾ ਤੇ ਰਾਸ਼ਨ ਮੁਹੱਈਆ ਨਹੀਂ ਹੋਇਆ, ਸਾਡੇ ਲੋਕ ਭੁੱਖੇ ਬੈਠੇ ਨੇ। ਤੇ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਉਹਨਾਂ ਕੋਲ ਆਲਰੇਡੀ 1 ਮਹੀਨੇ ਤੋਂ ਵੱਧ ਦਾ ਸਟਾਕ ਅਵੇਲੇਬਲ ਪਿਆ ਸੀਗਾ। ਲੋਕ ਸੋਸ਼ਲ ਮੀਡੀਆ ਨੂੰ ਵੀ ਮਿਸਯੂਜ਼ ਕਰਦੇ ਪਏ ਨੇ, ਚਾਹੇ ਪ੍ਰਵਾਸੀ ਨੇ। ਇਹ ਆਪਾਂ ਵੀਡੀਓਜ਼ ਦੇਖ ਚੁੱਕੇ ਹਾਂ, ਸਾਡੀ ਪੰਜਾਬ ਪੁਲਿਸ ਨੇ ਜਾ ਕੇ ਉੱਥੇ ਬਣਾਈ ਕਿ ਉੱਥੇ ਆਲਰੇਡੀ ਇੰਨੇ ਦਿਨਾਂ ਦਾ ਰਾਸ਼ਨ ਪਿਆ, ਜਦੋਂ ਕਿ ਉਹ ਨਿਤੀਸ਼ ਕੁਮਾਰ ਜੋ ਕਿ ਬਿਹਾਰ ਦੇ ਮੁੱਖ ਮੰਤਰੀ, ਉਹਨਾਂ ਨੂੰ ਲਿਖ ਕੇ ਦੇਣਾ ਕਿ ਸਾਡੇ ਕੋਲ ਰਾਸ਼ਨ ਹੈ ਨਹੀਂ। ਤੇ ਹੁਣ ਇਸ ਵੇਲੇ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਕਈ ਲੋਕ ਸਾਡੇ ਪੰਜਾਬ ਦੇ ਵੀ ਬਾਹਰ ਦੀਆਂ ਸੂਬਿਆਂ ਦੇ ਵਿੱਚ ਫਸੇ ਹੋਏ ਆ, ਗੁਜਰਾਤ ਦੀ ਐਗਜ਼ਾਮਪਲਸ ਆਈਆਂ, ਉੱਥੇ ਖਾਣਾ ਪ੍ਰੋਵਾਈਡ ਕਰਵਾਇਆ ਗਿਆ, ਇੱਥੋਂ ਉਹਨਾਂ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ, ਬਾਕੀ ਜਗ੍ਹਾ ਦੀ ਗੱਲ ਕੀਤੀ ਗਈ। ਇਹ ਚੀਜ਼ ਇੱਕ ਦਾ ਹੱਥ ਨੂੰ ਹੱਥ ਦਾ ਟਾਈਮ ਹੈ, ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰ ਨਹੀਂ ਸਕਦੇ। ਜਿਹੜੇ ਰਿਊਮਰਸ ਫੈਲਾ ਰਹੇ ਨੇ ਉਹਨਾਂ ਖਿਲਾਫ ਸਖਤੀ ਹੋਊਗੀ। ਪੰਜਾਬ ਲੁਧਿਆਣਾ ਪ੍ਰਸ਼ਾਸਨ, ਪੰਜਾਬ ਦਾ ਪੂਰਾ ਪ੍ਰਸ਼ਾਸਨ ਜੋ ਰੇਟ ਲਿਸਟ ਹੈ ਉਹ ਵੀ ਜਾਰੀ ਕਰ ਰਿਹਾ ਕਿ ਅੱਜ ਕੀ ਭਾਅ ਮੰਡੀ ਦਾ ਹੈਗਾ ਤੇ ਇਸ ਰੇਟ ਤੇ ਤੁਸੀਂ ਮੈਕਸਿਮਮ ਬਾਏ ਕਰ ਸਕਦੇ ਹੋ। ਸਖਤੀ ਕੀਤੀ ਵੀ ਜਾ ਰਹੀ ਹੈ ਤੇ ਸਖਤੀ ਦੀ ਲੋੜ ਵੀ ਹੈਗੀ ਹੈ। ਕਲੇਰ ਸਾਹਿਬ, ਚਾਂਸਸ ਮਿਲਦੇ ਪਏ ਆ, ਅਸੀਂ ਉਹ ਚੀਜ਼ ਨੂੰ ਕਰਵਾਈਏ। ਕਲੇਰ ਸਾਹਿਬ, ਜਿਸ ਤਰੀਕੇ ਦੇ ਬੰਦੋਬਸਤ ਜਿਹੜੇ ਹੈਗੇ ਨੇ ਪੰਜਾਬ ਸਰਕਾਰ ਵੱਲੋਂ ਜਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ, ਉਹਨਾਂ ਬੰਦੋਬਸਤਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਕਾਫੀ ਹੈਗੇ ਨੇ ਕਿ ਲੁਧਿਆਣਾ ਵਰਗੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਦੁਬਾਰਾ ਵਾਪਸ ਤਾਂ ਨਹੀਂ ਆ ਸਕਦੀਆਂ, ਕਿਉਂਕਿ ਇਹ ਨੁਕਸਾਨ ਤਾਂ ਦੇਸ਼ ਦਾ ਹੀ ਹੋਏਗਾ, ਪੰਜਾਬ ਦਾ ਹੀ ਹੋਏਗਾ ਜੇਕਰ ਅਜਿਹੀਆਂ ਤਸਵੀਰਾਂ ਫਿਰ ਤੋਂ ਆਉਂਦੀਆਂ ਨੇ। ਐਸਾ ਸੰਵੇਦਨਸ਼ੀਲ ਸਮਾਂ ਚੱਲ ਰਿਹਾ ਕਿ ਸਾਨੂੰ ਖੁਦ ਸਮਝਣ ਦੀ ਲੋੜ ਹੈ। ਅੱਜ ਘਰ ਵਿੱਚ ਰਹਿਣਾ, ਸੋਸ਼ਲ ਡਿਸਟੈਂਸਿੰਗ ਕਰਨਾ ਸਾਡੇ ਆਪਣੇ ਹੱਕ ਦੇ ਵਿੱਚ ਹੈ, ਪਰ ਕਈ ਵਾਰ ਸਥਿਤੀ ਐਸੀ ਬਣ ਜਾਂਦੀ ਹੈ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਇੱਕ ਗਰੀਬ ਦੇ ਘਰ ਤੱਕ ਰੋਟੀ ਨਾ ਪਹੁੰਚਣਾ ਜਾਂ ਐਸੀ ਕੋਈ ਸੁਵਿਧਾ ਦੀ ਕਮੀ ਰਹਿ ਜਾਣਾ ਤਾਂ ਉਹਦੀ ਵੀ ਆਪਣੇ ਆਪ ਦੇ ਵਿੱਚ ਮਜਬੂਰੀ ਬਣ ਜਾਂਦੀ ਹੈ। ਮੈਂ ਫਿਰ ਵੀ ਅਪੀਲ ਕਰਦਾ ਹਾਂ ਕਿ ਲੋਕ ਆਪਣਾ ਸੰਯਮ ਵਰਤਣ, ਸਰਕਾਰ ਦੇ ਨਾਲ ਕੋਆਪਰੇਟ ਕਰਨ, ਆਪਣੇ ਘਰਾਂ ਦੇ ਵਿੱਚ ਰਹਿਣ। ਕੋਈ ਦਿੱਕਤ ਹੈ ਕਿਉਂਕਿ ਪੰਜਾਬ ਇੱਕ ਉਹ ਸੂਬਾ ਹੈ ਜਿਹਨੇ ਸਾਰੇ ਦੇਸ਼ ਨੂੰ ਰੋਟੀ ਖਵਾਈ ਹੈ। ਸੋ ਪੰਜਾਬ ਦੇ ਵਿੱਚ ਆਪਣੇ ਘਰ ਦੇ ਵਿੱਚ ਤਾਂ ਰੋਟੀ ਮੈਂ ਤਾਂ ਨਹੀਂ ਸਮਝਦਾ ਕਿ ਕਿਸੇ ਗਰੀਬ ਤੱਕ ਨਾ ਪਹੁੰਚੇ। ਔਰ ਖਾਸ ਕਰਕੇ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ, ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਰਗੀਆਂ ਸੰਸਥਾਵਾਂ ਜਿਹੜੀਆਂ ਰੋਜ਼ 1.5 ਲੱਖ ਤੋਂ ਉੱਪਰ ਲੋਕਾਂ ਨੂੰ ਰੋਟੀ ਖਵਾ ਰਹੀਆਂ ਨੇ, ਹੋਰ ਵੀ NGO, ਹੋਰ ਵੀ ਸੰਤ ਮਹਾਂਪੁਰਸ਼ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ। ਪਰ ਮੈਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਪੁਲਿਸ ਪ੍ਰਸ਼ਾਸਨ, ਡਾਕਟਰ ਜਿਹੜੇ ਅੱਜ ਫਰੰਟ ਲਾਈਨ ਤੇ ਖੜੇ ਨੇ, ਉਹ ਸਾਡੇ ਕਰਕੇ ਖੜੇ ਨੇ। ਅਗਰ ਅਸੀਂ ਅੱਜ ਆਪਣੇ ਘਰਾਂ ਦੇ ਵਿੱਚ ਬੈਠਾਂਗੇ ਤਾਂ ਹੀ ਉਹਨਾਂ ਦੀ ਜੋ ਲੜਾਈ ਲੜ ਰਹੇ ਨੇ ਸਾਡੇ ਵਾਸਤੇ, ਤਾਂ ਹੀ ਅਸੀਂ ਉਹ 'ਚ ਯੋਗਦਾਨ ਪਾ ਸਕਦੇ ਹਾਂ। ਔਰ ਜਿੱਥੇ ਬਲੀਆਵਾਲਾ ਸਾਹਿਬ ਨੇ ਗੱਲ ਕਹੀ ਹੈ, ਸੈਂਟਰ ਸਰਕਾਰ ਆਲਰੇਡੀ ਪੰਜਾਬ ਨੂੰ 850 ਕਰੋੜ ਰੁਪਇਆ ਇਕੱਲਾ ਕਰੋਨਾ ਲਈ ਦੇ ਚੁੱਕੀ ਹੈ। ਸੋ ਕਿਤੇ ਨਾ ਕਿਤੇ ਪਹਿਲਾਂ ਆਪਣੇ ਕੋਲੇ ਜੋ ਹੈਗਾ ਆਪਾਂ ਉਹਨੂੰ ਯੂਟਿਲਾਈਜ਼ ਕਰੀਏ, ਉਹਨੂੰ ਉਸ ਦੇ ਵਿੱਚ, ਉਸ ਲੜਾਈ ਦੇ ਵਿੱਚ ਉਹਨੂੰ ਲੜੀਏ। ਔਰ ਫਿਰ ਉਸ ਤੋਂ ਬਾਅਦ ਅਗਰ ਕੋਈ ਲੋੜ ਮਹਿਸੂਸ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਹੈ। ਅਸੀਂ ਤਾਂ ਅਮਰਿੰਦਰ ਸਿੰਘ ਜੀ ਨੂੰ ਵੀ ਕੱਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਕਹਿ ਚੁੱਕੇ ਨੇ ਕਿ ਜਿੱਥੇ ਸਾਡੀ ਲੋੜ ਹੈ ਅਸੀਂ ਨਾਲ ਪੰਜਾਬ ਦੇ ਲਈ ਇਕੱਠੇ ਹੋ ਕੇ ਲੜਨਾ ਹੈ। ਇਹ ਉਹ ਸਮਾਂ ਨਹੀਂ ਕਿ ਆਪਾਂ ਇੱਕ ਦੂਜੇ ਦੇ ਵਿੱਚ ਕੋਈ ਨੁਕਸ ਕੱਢੀਏ, ਇਕੱਠੇ ਹੋਈਏ ਔਰ ਇਕੱਠੇ ਹੋ ਕੇ ਇਸ ਲੜਾਈ ਨੂੰ ਜਿੱਤੀਏ। ਬਿਲਕੁਲ। ਔਰ ਕਲੇਰ ਸਾਹਿਬ, ਤੁਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਹੈ, ਡਾਕਟਰਸ ਦੀ ਗੱਲ ਕੀਤੀ ਹੈ, ਮੈਡੀਕਲ ਸਟਾਫ ਦੀ ਗੱਲ ਕੀਤੀ ਹੈ ਕਿ ਇਹਨਾਂ ਨੂੰ ਸਲੂਟ ਕਰਨਾ ਤਾਂ ਬਣਦਾ ਹੀ ਹੈ, ਕਿਉਂਕਿ ਫਰੰਟ ਤੇ ਆ ਕੇ ਜਿਹੜੀ ਲੜਾਈ ਹੈ ਉਹ ਇਹਨਾਂ ਵੱਲੋਂ ਹੀ ਲੜੀ ਜਾ ਰਹੀ ਹੈ। ਪੁਲਿਸ ਦੀ ਗੱਲ ਕੀਤੀ ਜਾਵੇ ਤਾਂ 18 ਘੰਟੇ ਉਹ ਸੜਕਾਂ ਤੇ ਸਿਰਫ ਇਸ ਲਈ ਖੜੇ ਨੇ ਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲਣ ਔਰ ਕਿਸੇ ਤਰੀਕੇ ਦੀ ਲੋਕਡਾਊਨ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ, ਉਹਦੀਆਂ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਨੇ ਉਸ ਦੀ ਉਲੰਘਣਾ ਨਾ ਕਰਨ। ਪਰ ਬਾਵਜੂਦ ਇਸ ਦੇ ਪੁਲਿਸ ਤੇ ਅਟੈਕ ਕਰਨਾ, ਡਾਕਟਰਸ ਤੇ ਅਟੈਕ ਹੋਣਾ, ਇਹ ਇੱਕ ਸ਼ਰਮਨਾਕ ਗੱਲ ਹੈਗੀ ਹੈ। ਔਰ ਸ਼ਾਇਦ ਇਸ ਚੀਜ਼ ਨੂੰ ਵੀ ਜਿਹੜਾ ਸਮਝਣ ਦੀ ਲੋੜ ਹੈਗੀ ਹੈ। ਹਾਲਾਂਕਿ ਇਹ ਸਾਰੀਆਂ ਹੀ ਪਾਰਟੀਆਂ ਵੱਲੋਂ ਇਸ ਜਿਹੜੀ ਘਟਨਾ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਪਟਿਆਲਾ ਦੇ ਵਿੱਚ ਜੋ ਘਟਨਾ ਹੋਈ ਸੀ, ਪਰ ਇਸ ਤੇ ਵੀ ਕੁਝ ਇੱਕ ਜਿਹੜੇ ਸਿਆਸਤਦਾਨ ਹੈਗੇ ਨੇ ਉਸ ਤੇ ਵੀ ਸਿਆਸਤ ਕਰ ਰਹੇ ਹੈਗੇ ਨੇ, ਆਪਣੀ ਸਿਆਸੀ ਰੋਟੀਆਂ ਸੇਕ ਰਹੇ ਨੇ। ਚੰਦਾ ਜੀ, ਮੈਂ ਫੇਰ ਦੁਬਾਰਾ ਕਹਿ ਦਿਆਂ ਕਿ ਜੋ ਇਸ ਦੌਰ ਦੇ ਵਿੱਚ ਜੋ ਇੱਕ ਪਟਿਆਲੇ ਦੀ ਘਟਨਾ ਸਾਹਮਣੇ ਆਈ ਹੈ,
ਜਾਂ ਹੋਰ ਵੀ ਜੋ ਘਟਨਾ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਜਾਂ ਡਾਕਟਰਾਂ ਤੇ ਅਟੈਕ ਕੀਤਾ ਗਿਆ, ਬਹੁਤ ਹੀ ਆਪਣੇ ਆਪ ਦੇ ਵਿੱਚ ਸ਼ਰਮਸਾਰ ਕਰ ਦੇਣੀ ਵੀ ਗੱਲ ਹੈ, ਕਿਉਂਕਿ ਅੱਜ ਫਰੰਟ ਲਾਈਨ ਦੇ ਉੱਤੇ ਇਹੀ ਫੋਰਸਿਸ ਲੜ ਰਹੀਆਂ ਨੇ ਔਰ ਅਗਰ ਅਸੀਂ ਬਚਣਾ ਹੈ, ਇਹ ਸਾਡੀ ਭਲਾਈ ਲਈ ਸੜਕਾਂ ਤੇ ਖੜੀਆਂ ਨੇ। ਸੋ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਅੱਜ ਦਾ ਜੋ ਸਮਾਂ ਚੱਲ ਰਿਹਾ ਉਹਦੇ ਵਿੱਚ ਇਹ ਉਹ ਲੜਾਈ ਹੈ। ਵਾਸੂ ਜੀ, ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਨਾਲ ਦੱਸਣੀ ਚਾਹੁੰਦਾ ਕਿ ਉਹ ਪਹਿਲੀ ਲੜਾਈ ਹੈ ਜਿਹੜੀ ਅਸੀਂ ਆਰਾਮ ਨਾਲ ਬੈਠ ਕੇ ਜਿੱਤ ਸਕਦੇ ਹਾਂ। ਇਹਦੇ ਲਈ ਸਾਨੂੰ ਬਾਹਰ ਨਹੀਂ ਨਿਕਲਣਾ, ਅਸੀਂ ਕੁਝ ਨਹੀਂ ਕਰਨਾ, ਸਿਰਫ ਆਪਣੇ ਘਰੇ ਬੈਠਣਾ ਹੈ। ਔਰ ਹਰ ਬੰਦਾ ਅਗਰ ਅੱਜ ਦੇਸ਼ ਲਈ ਕੁਝ ਕਰਨਾ ਚਾਹੁੰਦਾ, ਦੁਨੀਆ ਲਈ ਕੁਝ ਕਰਨਾ ਚਾਹੁੰਦਾ, ਉਹਦੇ ਕੋਲੇ ਬਹੁਤ ਵਧੀਆ ਮੌਕਾ ਹੈ, ਉਹ ਘਰੇ ਬਹਿ ਕੇ ਹੀ ਹੀਰੋ ਬਣ ਸਕਦਾ ਦੇਸ਼ ਦਾ। ਸੋ ਕਿਤੇ ਨਾ ਕਿਤੇ ਘਟਨਾਵਾਂ ਬਹੁਤ ਸ਼ਰਮਸਾਰ ਕਰਨ ਵਾਲੀਆਂ ਨੇ, ਪਰ ਦੂਜੇ ਪਾਸੇ ਮੈਂ ਫੇਰ ਦੁਬਾਰਾ ਕਹਿ ਦਿਆਂ, ਮੈਂ ਇਹਦੇ ਲਈ ਮੁੱਖ ਮੰਤਰੀ ਸਾਹਿਬ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ, ਪਰ ਕਿਤੇ ਨਾ ਕਿਤੇ ਜੋ ਸਰਕਾਰ ਦੇ ਅੱਗੇ ਨੁਮਾਇੰਦੇ ਨੇ ਨਿਚਲੇ ਲੈਵਲ ਤੇ, ਉਹ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਕੋਈ ਵਿਤਕਰਾ ਨਾ ਕੀਤਾ ਜਾਵੇ ਰਾਸ਼ਨ ਵੰਡਣ 'ਚ। ਰਾਸ਼ਨ ਕਿਸੇ ਪਾਰਟੀ ਦੇ ਕਿਸੇ ਬੰਦੇ ਲਈ ਨਹੀਂ ਹੈਗਾ, ਰਾਸ਼ਨ ਪੰਜਾਬੀਆਂ ਲਈ ਹੈ, ਗਰੀਬਾਂ ਲਈ ਹੈ। ਸੋ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੇ ਨੀਚੇ ਐਮਐਲਏ ਵੀ ਨੇ, ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਉਹ ਪਾਰਟੀ ਬਾਜੀ ਤੋਂ ਉੱਪਰ ਉੱਠਣ ਔਰ ਇਹ ਸ਼ੋਰ ਕਰਨ ਕਿ ਰਾਸ਼ਨ ਹਰ ਗਰੀਬ ਤੱਕ ਪਹੁੰਚ ਰਿਹਾ। ਰਾਈਟ ਪ੍ਰਿਤਪਾਲ ਜੀ, ਬਾਰ-ਬਾਰ ਇਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਵਿਤਕਰਾ ਕੀਤਾ ਜਾ ਰਿਹਾ ਹੈਗਾ, ਭਾਵੇਂ ਉਹ ਲੁਧਿਆਣੇ ਦਾ ਕੇਸ ਲੈ ਲਈਏ ਜਾਂ ਜਿਹੜੇ ਹੋਰ ਵੀ ਕਿਸੇ ਥਾਂ ਤੋਂ ਅਜਿਹੀਆਂ ਕੋਈ ਤਸਵੀਰਾਂ ਸਾਹਮਣੇ ਆਈ ਕਿ ਉੱਥੇ ਜਿਹੜੇ ਸਥਾਨਕ ਲੀਡਰਸ ਹੈਗੇ ਨੇ, ਨੋ ਡਾਊਟ ਸਰਕਾਰ ਦੀ ਮਨਸ਼ਾ ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਰਿਹਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਸ਼ਾ ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਰਿਹਾ, ਉਹਨਾਂ ਵੱਲੋਂ ਪੂਰੇ ਬੰਦੋਬਸਤ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਜਿਹੜੀ ਹੈ ਸਥਿਤੀ ਹੈ ਉਹ ਸਟੇਬਲ ਰਹੇ। ਔਰ ਪਰ ਜਿਹੜੇ ਨੀਚਲੇ ਹੇਠਲੇ ਲੈਵਲ ਦੇ ਜਿਹੜੇ ਸਿਆਸਤਦਾਨ ਹੈਗੇ ਨੇ, ਉਹਨਾਂ ਦੇ ਬਾਰ-ਬਾਰ ਇਹੀ ਸਵਾਲ ਉੱਠ ਰਹੇ ਨੇ ਕਿ ਉਹਨਾਂ ਵੱਲੋਂ ਪੱਖਪਾਤ ਕੀਤਾ ਜਾ ਰਿਹਾ। ਦੇਖੋ ਵਾਸੂ ਜੀ, ਜਿੱਥੋਂ ਤੱਕ ਗੱਲ ਹੈ ਪੱਖਪਾਤ ਦੀ, ਮੈਨੂੰ ਹਜੇ ਤੱਕ ਕੋਈ ਐਸੀ ਘਟਨਾਵਾਂ ਜਾਂ ਉਸ ਚੀਜ਼ ਸੁਣਨ ਨੂੰ ਨਹੀਂ ਆਈ, ਕਿਉਂਕਿ ਗੱਲ ਇਹ ਹੈ ਕਿ ਲੀਡਰਸ ਦੇ ਉੱਪਰੋਂ ਅਬਵ ਦੀ ਲਾਈਨ ਜਾ ਕੇ ਪੁਲਿਸ ਪ੍ਰਸ਼ਾਸਨ ਜੋ 112 ਨੰਬਰ ਤੇ ਕਾਲ ਕਰਦੇ ਪਏ ਨੇ, ਪੁਲਿਸ ਪ੍ਰਸ਼ਾਸਨ ਜਾ ਕੇ ਉਹਨਾਂ ਨੂੰ ਮੁਹੱਈਆ ਕਰਵਾ ਰਿਹਾ। ਪਾਰਟੀ ਬਾਜੀ ਤਾਂ ਗੱਲ ਹੀ ਨਹੀਂ ਖਤਮ ਹੋ ਜਾਂਦੀ ਹੈ। ਜਦੋਂ ਸਰਕਾਰ ਦੇ ਮੁਲਾਜ਼ਮ ਅਗਰ ਜਿਹਨੂੰ ਲੋੜਵੰਦ ਆਦਮੀ ਹੈ, ਉਹ ਸਿੱਧਾ ਸਰਕਾਰ ਨੂੰ ਡਾਇਰੈਕਟ ਨੰਬਰਸ ਇਸ਼ੂ ਹੋਏ ਹੈ, ਸਿੱਧਾ ਕੰਟੈਕਟ ਕਰਦੇ ਨੇ, ਸਿੱਧਾ ਪੁਲਿਸ ਪ੍ਰਸ਼ਾਸਨ ਜਾਂ ਪਟਵਾਰੀ ਜਾਂ ਉਸ ਏਰੀਏ ਦੇ ਜਿਹੜੇ ਤਹਿਸੀਲਦਾਰ ਸਾਹਿਬ ਨੇ, ਉਹ ਜਾਂਦੇ ਨੇ ਉਸ ਏਰੀਏ ਦੇ ਵਿੱਚ ਜਾ ਕੇ ਆ ਕੇ ਉਹਨਾਂ ਲੋਕਾਂ ਨੂੰ ਟ੍ਰੇਸ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਹਲਕੇ ਏਰੀਏ ਦਾ ਚੌਕੀਦਾਰ ਲੈ ਕੇ, ਸਰਪੰਚ ਨੂੰ ਨਾਲ ਲੈ ਕੇ ਉਹ ਮੁਹੱਈਆ ਕਰਵਾ ਕੇ ਆ ਰਹੇ ਨੇ। ਇਹ 'ਚ ਰਾਜਨੀਤੀ ਮੈਨੂੰ ਤਾਂ ਨਹੀਂ ਲੱਗਦੀ ਕਿ ਕੋਈ ਟ੍ਰੇਸਿੰਗ ਦੀ ਗੱਲ ਹੈਗੀ। ਨੀਲੇ ਕਾਰਡ ਵਾਲਿਆਂ ਨੂੰ ਪਹਿਲਾਂ ਹੀ ਕਣਕ ਇਸ਼ੂ ਹੋ ਚੁੱਕੀ ਹੈ, 3 ਮਹੀਨਿਆਂ ਦੀ ਅਗਾਂਹ ਵਧੂ ਕਣਕ ਦੇਣ ਦੀ ਗੱਲ ਆ ਚੁੱਕੀ ਹੈ। ਇਹ ਲੋਕ ਜਿਹੜੇ ਪੈਕੇਟਸ ਦੀ ਗੱਲ ਹੈਗੀ, ਜਿਹੜੇ ਪ੍ਰਵਾਸੀ ਨੇ, ਜਿਹੜੇ ਉਹਦੇ 'ਚ ਅਨਰਿਕੋਗਨਾਈਜ਼ਡ ਫੈਮਿਲੀ ਆ, ਕੋਈ ਕਿਰਾਏ ਤੇ ਰਹਿ ਰਿਹਾ, ਕੋਈ ਕੁਝ ਰਹਿ ਰਿਹਾ, ਅਗਰ ਉਹਨਾਂ ਨੂੰ ਕਿਤੇ ਲੋੜ ਪੈ ਜਾਂਦੀ ਹੈ ਤਾਂ ਉਹਦੇ ਲਈ 112, ਮੈਂ ਹੁਣ ਵੀ ਰਿਪੀਟ ਕਰ ਰਿਹਾ ਪੰਜਾਬ ਦੇ ਲੋਕਾਂ ਲਈ, 100 ਅਗਰ ਤੁਹਾਡੇ ਘਰ ਰਾਸ਼ਨ ਹੈ ਨਹੀਂ, ਕਿਸੇ ਚੀਜ਼ ਦੀ ਲੋੜ ਹੈ ਤੁਹਾਡੇ ਕੋਲ, ਤੁਸੀਂ ਬਾਏ ਬੈਕ ਨਹੀਂ ਕਰ ਪਾ ਰਹੇ, ਤੁਹਾਡੇ ਕੋਲ ਪਹੁੰਚ ਨਹੀਂ ਰਿਹਾ, ਤਾਂ 112 ਨੰਬਰ ਤੇ ਕਾਲ ਕਰੋ। ਸਰਕਾਰ ਇਮੀਡੀਏਟਲੀ ਵਿਦਿਨ 2 ਤੋਂ 3 ਘੰਟੇ ਤੁਹਾਡੇ ਕੋਲੋਂ ਚੀਜ਼ ਮੁਹੱਈਆ ਕਰਵਾਉਗੀ। ਇਹ ਪੰਜਾਬ ਦੇ ਲੋਕਾਂ ਨੂੰ ਸਾਡਾ ਵਾਅਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਇਹੀ ਸੋਚ ਹੈ ਕਿ ਪੰਜਾਬ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ, ਚਾਹੇ ਉਹ ਕਿਸੇ ਵੀ ਸਟੇਟ ਤੋਂ ਆਇਆ, ਕਿਸੇ ਵੀ ਸੂਬੇ ਤੋਂ ਆਇਆ, ਉਹਨੂੰ ਭੁੱਖਾ ਨਹੀਂ ਰਹਿਣ ਦੇਵਾਂਗੇ। ਅਸੀਂ ਤਾਂ ਬਾਹਰ ਟ੍ਰੇਨਾਂ ਭਰ ਕੇ ਆਪਦੇ ਅਨਾਜ ਦੀਆਂ ਭੇਜਦੇ ਪਏ ਕਿ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਿੱਥੇ ਬਾਕੀ ਲੋਕ ਬੈਠੇ ਨੇ ਉਹ ਨਾ ਭੁੱਖੇ ਸਨ। ਅਸੀਂ ਇੱਥੇ ਆਪਦੀ ਸਟੇਟ ਦੇ ਵਿੱਚ ਤਾਂ ਇਹਨਾਂ ਕੱਲ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਾਂ ਇਹਨਾਂ ਲੋਕਾਂ ਨੂੰ ਕਲੀਅਰ ਕਰੀਏ। ਬਹੁਤ ਸਮਾਜ ਸੇਵੀ ਸੰਸਥਾਵਾਂ ਨੇ ਸਾਡਾ ਸਾਥ ਦਿੱਤਾ ਹੈ, ਜਿਨ੍ਹਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਸ ਰਾਸ਼ਨ ਲੈ ਕੇ ਆਪ ਟ੍ਰੇਸ ਕਰਕੇ ਲੋਕਾਂ ਨੂੰ ਮੁਹੱਈਆ ਕਰਵਾਉਂਦੇ ਨੇ। ਮੇਰੇ ਇਲਾਕੇ ਦੀ ਗੱਲ ਹੈ, ਮੇਰੇ ਏਰੀਏ ਦੇ ਵਿੱਚ ਜਿਹੜੇ ਪਰਿਵਾਰ ਅਸੀਂ ਟ੍ਰੇਸ ਕੀਤੇ ਉਹਨਾਂ ਤੱਕ ਮੋਸਟਲੀ ਰਾਸ਼ਨ ਪਹੁੰਚ ਚੁੱਕਿਆ ਵਾ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਲੈਸ ਦੈਨ 1% ਲੋਕ ਹੁਣ ਜਿਨ੍ਹਾਂ ਨੂੰ ਹਜੇ ਤੱਕ ਇਹ ਚੀਜ਼ ਦਾ ਬੈਨੀਫਿਟ ਨਾ ਮਿਲਿਆ ਹੋਵੇ ਜਾਂ ਪ੍ਰਿਤਪਾਲ ਜੀ ਕਮੀ ਹੋ ਗਈ ਹੋਵੇ। ਫਿਰ ਵੀ ਮੈਂ ਰਿਪੀਟ ਕਰੂੰਗਾ, 112 ਨੰਬਰ ਤੇ ਕਾਲ ਕਰ। ਪ੍ਰਿਤਪਾਲ ਜੀ, ਆਮ ਲੋਕਾਂ ਨੂੰ ਛੱਡ ਕੇ ਜੇਕਰ ਹੁਣ ਕਿਸਾਨਾਂ ਦੀ ਗੱਲ ਕਰੀਏ, ਕਿਸਾਨ ਭਾਈਚਾਰੇ ਦੀ ਗੱਲ ਕਰੀਏ, ਤਾਂ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਜਿਵੇਂ ਸਰਕਾਰ ਵੱਲੋਂ ਕੁਝ ਜਿਹੜੀਆਂ ਗਾਈਡਲਾਈਨਸ ਜਾਂ ਇੰਸਟਰਕਸ਼ਨਸ ਜਿਹੜੀਆਂ ਦਿੱਤੀਆਂ ਗਈਆਂ ਨੇ, ਹਾਲਾਂਕਿ ਉਹਨਾਂ ਇੰਸਟਰਕਸ਼ਨਸ ਨੂੰ ਫੋਲੋ ਕਰਨਾ ਬੇहद ਜ਼ਰੂਰੀ ਵੀ ਹੈਗਾ, ਪਰ ਕੁਝ ਇੱਕ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਜੋ ਕਿਸਾਨਾਂ ਦੇ ਥਰੂ ਸਾਡੇ ਕੋਲ ਆਈਆਂ ਹੈਗੀਆਂ ਨੇ, ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਵੇਂ ਸਰਕਾਰ ਨੇ ਕਿਹਾ ਹੈ ਕਿ ਜੀ ਜਿਹੜੀਆਂ ਜੇ ਕਿਸੇ ਕੋਲ 10 ਟਰਾਲੀਆਂ ਨੇ ਕਣਕ ਦੀਆਂ ਤਾਂ ਉਹ ਇੱਕ ਟਰਾਲੀ ਲੈ ਕੇ ਹੀ ਪਰ ਡੇ ਉਹ ਉੱਥੇ ਮੰਡੀ ਦੇ ਵਿੱਚ ਪਹੁੰਚਣ, ਤਾਂ ਉਹ ਕਹਿ ਰਹੇ ਨੇ ਕਿ ਬਾਕੀ 9 ਟਰਾਲੀਆਂ ਨੂੰ ਅਸੀਂ ਕਿੱਥੇ ਰੱਖੀਏ, ਨਾ ਆਪਣੇ ਘਰੇ ਉਹ ਸਟੋਰ ਕਰ ਸਕਦੇ ਨੇ, ਨਾ ਆਪਣੀ ਜ਼ਮੀਨ ਤੇ ਉਹ ਸਟੋਰ ਕਰ ਸਕਦੇ ਨੇ। ਤਾਂ ਉਹ ਵੀ ਇੱਕ ਵੱਡੀ ਪ੍ਰੋਬਲਮ ਜਿਹੜੀ ਹੈਗੀ ਕਿਸਾਨਾਂ ਨੂੰ ਫੇਸ ਕਰਨੀ ਪੈ ਰਹੀ ਹੈ। ਸੈਕਿੰਡ,
ਉਹਨਾਂ ਨੇ ਕਿਹਾ ਕਿ ਜਿੰਨੀ ਵੀ ਮਸ਼ੀਨਰੀ ਹੈਗੀ ਹੈ ਉਸ ਨੂੰ ਜਿਹੜੀ ਹੈਗੀ ਹੈ ਸੈਨੀਟਾਈਜ਼ ਕੀਤਾ ਜਾਵੇ ਔਰ ਉਹ ਸੈਨੀਟਾਈਜ਼ ਪੂਰੀ ਇੱਕ ਕੰਬਾਈਨ ਮਸ਼ੀਨ ਨੂੰ ਸੈਨੀਟਾਈਜ਼ ਕਰਨਾ ਉਹ ਕਹਿ ਰਹੇ ਖਰਚਾ ਹੀ ਬਹੁਤ ਜ਼ਿਆਦਾ ਹੈਗਾ। ਸੋ ਕੁਛ ਇੱਕ ਪ੍ਰੋਬਲਮਸ ਜਿਹੜੀਆਂ ਕਿਸਾਨਾਂ ਦੀਆਂ ਹੈਗੀਆਂ ਨੇ ਉਹ ਤੁਹਾਡੇ ਤੱਕ ਵੀ ਪਹੁੰਚੀਆਂ ਹੋਣੀਆਂ ਨੇ। ਮਾਹਿਰਾਂ ਨੇ ਵੀ ਇੱਕ ਦੋ ਦਿਨਾਂ ਤੋਂ ਇਹ ਚੀਜ਼ ਅਪੀਲ ਕੀਤੀ ਹੈ ਕਿਸਾਨਾਂ ਨੂੰ, ਜਿਹੜਾ ਘਰੇ ਸਾਬਣ ਆਪਾਂ ਯੂਜ਼ ਕਰਦੇ ਹਾਂ ਕੱਪੜੇ ਧੋਣ ਵਾਲਾ, ਉਹਦਾ ਮਿਕਸਚਰ ਮਾਰ ਕੇ ਉਹਦਾ ਕੱਪੜੇ ਤੇ ਲਾ ਕੇ ਉਹਨੂੰ ਨਾ ਆਪਾਂ ਸੈਨੀਟਾਈਜ਼ ਕਰ ਸਕਦੇ ਹਾਂ। ਜਿਵੇਂ ਹੱਥ ਧੋਦੇ ਆ ਉਵੇਂ ਉਸ ਚੀਜ਼ ਨੂੰ ਮਸ਼ੀਨ ਨੂੰ ਵੀ ਸੈਨੀਟਾਈਜ਼ ਕੀਤਾ ਜਾ ਸਕਦਾ। ਜਿੱਥੋਂ ਤੱਕ ਢੇਰੀਆਂ ਦੀ ਗੱਲ ਹੈ, ਜਿਹੜਾ ਮੰਤਰੀ ਜੀ ਵੀ ਇਸ ਮਾਮਲੇ 'ਚ ਕਲੀਅਰ ਕਰ ਚੁੱਕੇ ਨੇ, ਜਿਹੜੇ ਸਾਡਾ ਆੜਤੀਆ ਭਾਈਚਾਰਾ ਹੈ, ਕਿਸਾਨ ਤੇ ਆੜਤੀਏ ਦਾ ਜਿਹੜਾ ਆਪਣਾ ਸਾਰਾ ਸਰਕਲ ਚੱਲਦਾ ਹੈ, ਉਹ ਪਾਸ ਆੜਤੀਏ ਦੇ ਇਸ਼ੂ ਕਰਨੇ ਆ। ਜਿਸ ਹਿਸਾਬ ਨਾਲ ਤੁਹਾਡੀ ਕਣਕ ਹੈ, ਜਿੰਨੀ ਤੁਹਾਡੀ ਜ਼ਮੀਨ ਹੈ, ਕਿੰਨਾ ਤੁਹਾਡਾ ਝਾੜ ਹੈ, ਉਸ ਅਕੋਰਡਿੰਗਲੀ ਉਨੀ ਹੀ ਪਾਸਿਸ ਉਸ ਕਿਸਾਨ ਨੂੰ ਮਿਲ ਜਾਣੇ, ਉਨੀਆਂ ਹੀ ਉਹ ਢੇਰੀਆਂ ਲਾ ਕੇ ਆ ਸਕਦਾ। ਤੇ ਕਿਉਂਕਿ ਇੱਕ ਵਾਰ ਦੇ ਵਿੱਚ ਉਹਨੇ ਇੱਕੋ ਟਰਾਲੀ ਲੈ ਕੇ ਆਉਣੀ ਹੈ, ਤੇ ਟਰਾਲੀ ਦੇ ਹਿਸਾਬ ਨਾਲ ਅਸੀਂ ਪਾਸ ਇਸ਼ੂ ਕੀਤੇ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਤੇ ਬਾਕੀ ਚੀਜ਼ਾਂ ਨੇ, ਤੇ ਅਸੀਂ ਕਲਸਟਰ ਵੀ ਇਸੇ ਕਰਕੇ ਵੱਡਾ ਕੀਤਾ 4000 ਮੰਡੀਆਂ ਦਾ, ਕਿ ਐਵਰੇਜ 3-3.25 ਪਿੰਡ ਬੰਦੇ ਨੇ ਉਸ ਦੇ ਵਿੱਚ, ਕਿ ਰਸ਼ ਨਾ ਪਵੇ, ਲੋਕਾਂ ਨੂੰ ਕੋਈ ਕਠਿਨਾਈ ਨਾ ਆਵੇ। ਜ਼ਿਆਦਾ ਦੂਰ ਮੰਡੀ ਇਸੇ ਕਰਕੇ ਨਹੀਂ ਕੀਤੀ ਹੈ ਕਿਉਂਕਿ ਪਹਿਲਾਂ ਕਿੰਨੀਆਂ ਮੰਡੀਆਂ ਸੀ, ਹੁਣ ਕਿੰਨੀਆਂ ਨੇ, ਉਸੇ ਕਰਕੇ ਆંકੜਾ ਵਧਾਇਆ ਗਿਆ ਲੋਕਾਂ ਦੀ ਸੁੱਖ ਸੁਵਿਧਾ ਲਈ, ਕਿ ਜਿਹੜਾ ਸਾਡਾ ਕਿਸਾਨ ਭਾਈਚਾਰਾ ਹੈ ਚਾਹੇ ਜਿਹੜੀ ਚੱਲਦੀ ਪਈ ਹੈ, ਤੇ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੰਡੀਆਂ ਦੀ ਗਿਣਤੀ ਵਧਾਈ ਗਈ ਹੈ। ਤੇ ਉਸ ਕਰਕੇ ਕੋਈ ਦਿੱਕਤ ਮੇਰੇ ਹਿਸਾਬ ਨਾਲ ਅਗਰ ਆਊਗੀ ਵੀ ਤਾਂ ਅਸੀਂ ਅਪੀਲ ਕਰਦੇ ਹਾਂ, ਕਿਉਂਕਿ ਇਹ ਮੁਹਿੰਮ ਵੀ ਐਸੀ ਹੈ ਕਿ ਨਵੀਂ ਪ੍ਰੈਕਟਿਸ ਕਰ ਰਹੀ ਹੈ ਸਰਕਾਰ ਵੀ ਪਹਿਲੀ ਟਾਈਮ, ਕਿਉਂਕਿ ਪਹਿਲਾਂ ਇਹ ਸਮਾਂ ਦੇਖਿਆ ਨਹੀਂ ਸਰਕਾਰ ਨੇ ਵੀ ਕਦੀ। ਤੇ ਉਸ ਅਕੋਰਡਿੰਗਲੀ ਉਹ ਇੱਕ ਕਿਸਾਨ ਭਾਈਚਾਰਾ ਸਾਡਾ ਸਹਿਯੋਗ ਦੇਵੇ, ਅਸੀਂ ਇਹੀ ਅਪੀਲ ਕਰਦੇ ਹਾਂ। ਰਾਈਟ, ਕਲੇਰ ਸਾਹਿਬ ਤੁਹਾਡੇ ਤੱਕ ਵੀ ਕੁਝ ਕਿਸਾਨਾਂ ਨੇ ਪਹੁੰਚ ਕੀਤੀ ਹੋਣੀ ਹੈ ਕਿ ਕਿਸੇ ਤਰੀਕੇ ਦੀ ਉਹਨਾਂ ਨੂੰ ਕੋਈ ਹੋਰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ, ਕਿਉਂਕਿ ਜਿੰਨੀਆਂ ਕੋਈ ਪ੍ਰੋਬਲਮ ਸਾਡੇ ਕੋਲ ਆਈਆਂ ਜਾਂ ਸਾਨੂੰ ਪਤਾ ਲੱਗੀਆਂ ਹੈਗੀਆਂ ਉਹ ਅਸੀਂ ਡਿਸਕਸ ਕਰ ਰਹੇ ਹੈਗੇ ਆ। ਪਰ ਕੀ ਇਹਨਾਂ ਪ੍ਰੋਬਲਮਸ ਤੋਂ ਇਲਾਵਾ ਕੋਈ ਹੋਰ ਵੀ ਪ੍ਰੋਬਲਮਸ ਹੈਗੀਆਂ ਨੇ ਜਿਹੜੇ ਕਿਸਾਨ ਫੇਸ ਕਰ ਰਹੇ ਹੈਗੇ ਨੇ, ਤੁਹਾਡੇ ਕੋਲ ਕੋਈ ਪਹੁੰਚੀਆਂ ਹੋਣ? ਨੇ ਕੁਝ ਜਗ੍ਹਾ ਤੇ ਸਟ੍ਰਾਈਕ ਕੀਤੀ, ਉਹ ਆਪਣਾ ਪੁਰਾਣਾ ਬਕਾਇਆ, ਸੋ ਆਪਣੇ ਆਪ ਦੇ ਵਿੱਚ ਬੜਾ ਚਿੰਤਾ ਦਾ ਵਿਸ਼ਾ ਸੀਗਾ। ਔਰ ਜੋ ਟੋਕਨ ਸਿਸਟਮ ਵੀ ਟਰਾਲੀ ਸਿਸਟਮ ਇਹਨਾਂ ਨੇ ਚਲਾਇਆ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਐਪਰੋਪਰੀਏਟ ਹੈ। ਸਰਕਾਰ ਨੂੰ ਇਹਨੂੰ ਦੁਬਾਰਾ ਰਿਵਿਊ ਕਰਨਾ ਚਾਹੀਦਾ। ਔਰ ਖਾਸ ਕਰਕੇ ਹੁਣ ਮੈਂ ਜੇ ਗੱਲ ਕਰਾਂ ਜਿਹੜੇ ਸ਼ਹਿਰੀ ਕਿਸਾਨ ਨੇ, ਅਗਰ ਕੋਈ ਬੰਦਾ ਇਸ ਟਾਈਮ ਲੋਕਡਾਊਨ ਦੇ ਵਿੱਚ ਸ਼ਹਿਰ ਦੇ ਵਿੱਚ ਹੈਗਾ ਔਰ ਉਹਦੀ ਜ਼ਮੀਨ ਉਹ ਤੋਂ 20-50 ਕਿਲੋਮੀਟਰ ਦੇ ਉੱਤੇ ਹੈਗੀ ਹੈ, ਤਾਂ ਉਹਦੇ ਲਈ ਸਰਕਾਰ ਨੇ ਕੀ ਉਹਨੂੰ ਪਾਸ ਲੈਣ ਲਈ ਪਾਸ, ਫਿਰ ਉਹੀ ਗੱਲ ਹੈ ਕਿ ਉੱਥੇ ਪਿੰਡਾਂ 'ਚੋਂ ਤਾਂ ਮਿਲ ਜਾਣਗੇ, ਸ਼ਹਿਰ ਵਾਲੇ ਬੰਦੇ ਲਈ ਕੀ ਸਰਕਾਰ ਨੇ ਕੀ ਉਹ ਪ੍ਰਬੰਧ ਕੀਤੇ ਨੇ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ। ਸੋ ਕਿਤੇ ਨਾ ਕਿਤੇ ਇਹ ਜਿਹੜੀ ਟੋਟਲ ਸਿਚੁਏਸ਼ਨ ਹੈ ਇਹਨੂੰ ਹੁਣ ਵੀ ਰਿਵਿਊ ਕਰ ਲਿਆ ਜਾਵੇ, ਕਿਉਂਕਿ ਕਿਸਾਨਾਂ ਨੂੰ ਗਰਾਊਂਡ ਲੈਵਲ ਤੇ ਇਹਦੇ ਨਾਲ ਬਹੁਤ ਹਾਰਡਸ਼ਿਪ ਆ ਰਹੀ ਹੈ। ਔਰ ਹੋਰ ਬੈਟਰ ਮੇਜਰਸ ਜਿੱਦਾਂ ਕੱਲ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਚੱਕੇ ਨੇ, ਹੋਰ ਵੀ ਮੇਜਰਸ ਲਏ ਨੇ, ਤਾਂ ਕਿ ਕਿਉਂਕਿ ਜਿਹੜਾ ਪੰਜਾਬ ਹੈ, ਪੰਜਾਬ ਦੀ ਸਾਰੀ ਇਕਨੋਮੀ ਐਗਰੀਕਲਚਰ ਬੇਸਡ ਹੈ। ਸੋ ਅਗਰ ਅੱਜ ਕਿਸਾਨ ਕਿਸੇ ਦਿੱਕਤ ਦੇ ਵਿੱਚ ਫਸ ਗਿਆ ਤਾਂ ਸਾਰਾ ਸੂਬਾ ਹੀ ਦਿੱਕਤ ਦੇ ਵਿੱਚ ਫਸ ਜਾਏਗਾ। ਸੋ ਕਿਤੇ ਨਾ ਕਿਤੇ ਸਰਕਾਰ ਨੂੰ ਇਹਦੇ ਲਈ ਹੋਰ ਵੀ ਸਟੈਪ ਚੱਕਣ ਦੀ ਲੋੜ ਹੈ। ਬਿਲਕੁਲ ਪ੍ਰਿਤਪਾਲ ਜੀ, ਜਿਵੇਂ ਅਰਸ਼ਦੀਪ ਜੀ ਕਹਿ ਰਹੇ ਨੇ ਕਿ ਨੋ ਡਾਊਟ ਜਿਹੜੇ ਫੈਸਲੇ ਹੈਗੇ ਨੇ ਉਹ ਫੈਸਲੇ ਲੋਕਾਂ ਦੀ ਸੇਫਟੀ ਦੇ ਲਈ ਹੀ ਲਏ ਗਏ ਨੇ, ਕਿਸਾਨਾਂ ਦੀ ਸੇਫਟੀ ਦੇ ਲਈ ਲਏ ਗਏ ਨੇ ਕਿ ਜੇਕਰ ਉਹ ਮੰਡੀਆਂ ਦੇ ਵਿੱਚ ਪਹੁੰਚ ਰਹੇ ਨੇ ਤਾਂ ਸੋਸ਼ਲ ਡਿਸਟੈਂਸਿੰਗ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਪਰ ਕੁਝ ਇੱਕ ਫੈਸਲਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਰਿਵਿਊ ਕਰਨ ਦੀ ਵੀ ਲੋੜ ਹੈਗੀ ਹੈ, ਜਿਵੇਂ ਟੋਕਨ ਸਿਸਟਮ ਦੀ ਗੱਲ ਅਰਸ਼ਦੀਪ ਜੀ ਨੇ ਕੀਤੀ ਹੈਗੀ ਹੈ। ਜਿੱਥੋਂ ਤੱਕ ਟੋਕਨ ਸਿਸਟਮ ਦੀ ਗੱਲ ਕੀਤੀ ਹੈ, ਬਿਲਕੁਲ ਵਾਜਬ ਗੱਲ ਹੈ ਇਹਨਾਂ ਦੀ, ਕਿ ਜਿਹੜੇ ਸ਼ਹਿਰਾਂ ਦੇ ਵਿੱਚ ਕਿਸਾਨ ਬੈਠੇ ਨੇ ਉਹਨਾਂ ਦੀ ਜ਼ਮੀਨਾਂ ਦੂਰ ਨੇ, ਪਰ ਉਹਦਾ ਵੀ ਪ੍ਰਬੰਧ ਜਿਹੜੇ epass.pas ਪੰਜਾਬ ਪੁਲਿਸ ਨੇ ਜਾਰੀ ਕੀਤਾ ਹੋਇਆ, ਉਸ ਦੇ ਉੱਪਰ ਅਪਲਾਈ ਕਰਕੇ ਆਪਾਂ ਉਸ ਜਗ੍ਹਾ ਤੇ ਟਰੈਵਲ ਕਰ ਸਕਦੇ ਹਾਂ। SDM ਦੇ ਥਰੂ ਅਸੀਂ ਅਪਰੂਵਲ ਲੈ ਕੇ ਆਪਦੇ ਪਿੰਡ ਦੇ ਵਿੱਚ ਜਾ ਸਕਦੇ ਹਾਂ। ਇਹ ਪ੍ਰੋਵੀਜ਼ਨ ਪੰਜਾਬ ਸਰਕਾਰ ਨੇ ਆਲਰੇਡੀ ਰੱਖੀ ਹੋਈ ਹੈ। ਅਗਰ ਕਿਸੇ ਨੇ ਜਾਣਾ ਵਾ ਆਪਦੇ ਹਲਕੇ ਦੇ SDM, ਤਹਿਸੀਲਦਾਰ ਜਾਂ DC ਆਫਿਸ ਜਾਂ epass.net ਜੋ ਸਾਡੀ ਵੈਬਸਾਈਟ ਬਣੀ ਹੋਈ ਹੈ, ਉਹਦੇ ਉੱਪਰ ਜਾ ਕੇ ਅਪਲਾਈ ਕਰੋ। ਇਹ ਵਿਦਿਨ 1 ਡੇ ਤੁਹਾਨੂੰ ਉਹ ਪਾਸ ਇਸ਼ੂ ਹੋ ਜਾਊਗਾ। ਤੇ ਸੈਕੰਡਲੀ ਅਗਰ ਕੋਈ ਹੋਰ ਦਿੱਕਤ ਹੈਗੀ, ਜਿਹੜਾ ਆੜਤੀਆ ਤੁਹਾਡਾ ਉਹਨੇ ਪਾਸ ਇਸ਼ੂ ਕਰਨਾ, ਤਾਂ ਉਹਦੀ ਫੋਟੋ ਕਾਪੀ ਵੀ ਉਹ ਚੱਲ ਸਕਦੀ ਹੈ ਸਕੈਨ ਕਰਕੇ। ਅਗਰ ਉਹ ਸਕੈਨ ਕਰਕੇ ਤੁਹਾਨੂੰ ਭੇਜਦਾ ਤਾਂ ਉਹ ਵੀ ਇੱਕ ਵੈਲਿਡ ਪੁਆਇੰਟ ਮੰਨਿਆ ਜਾਊਗਾ ਕਿ ਤੁਸੀਂ ਉੱਥੇ ਟਰੈਵਲ ਕਰ ਸਕਦੇ ਹੋ ਆਪਦੀ ਜਿੱਥੇ ਤੁਹਾਡੀ ਫਸਲ ਹੈਗੀ ਆ ਤੇ ਆਪਦਾ ਬਾਕੀ ਚੀਜ਼ਾਂ ਨੇ। ਜਿੱਥੋਂ ਤੱਕ ਉਹ ਆਪਾਂ ਪਰੇਸ਼ਾਨੀ ਦੀ ਗੱਲ ਕਰਦੇ, ਅਸੀਂ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਨਰਿੰਦਰ ਮੋਦੀ ਹੁਣਾਂ ਨੂੰ ਇੱਕ ਖੱਤ ਲਿਖਿਆ ਹੈ,
ਜਿਹਦੇ 'ਚ ਅਸੀਂ 200 ਰੁਪਏ ਬੋਨਸ ਦੀ ਗੱਲ ਕੀਤੀ ਹੈ ਕਿਸਾਨਾਂ ਲਈ, ਕਿਉਂਕਿ ਇਹ ਸੀਜ਼ਨ ਬੜਾ ਲੰਬਾ ਚੱਲਣ ਵਾਲਾ ਡਿਊ ਟੂ ਕਰੋਨਾ। ਤੇ ਜਿਹੜੀ ਖਰੀਦ ਪ੍ਰਕਿਰਿਆ ਅਗਰ ਕੋਈ ਸਟੋਰ ਕਰਦਾ ਆਪਦੇ ਕੋਲ ਤਾਂ ਸਾਨੂੰ ਉਹਨੂੰ ਬੈਨੀਫਿਟ ਦੇਣਾ ਵੀ ਬਣਦਾ ਹੈ। ਅਸੀਂ ਕਲੇਰ ਸਾਹਿਬ ਨੂੰ ਕਹਿੰਦੇ ਆ ਕਿ ਇਹ ਪਾਰਟ ਉਸ ਸਰਕਾਰ ਦਾ ਪਾਰਟ ਨੇ ਤੇ ਇਹ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕਰਨ, ਕਿਉਂਕਿ ਸਾਨੂੰ ਉਮੀਦ ਸੀ ਜਿਹੜਾ ਲਾਕਡਾਊਨ ਜਿਸ ਦਿਨ ਪ੍ਰਧਾਨ ਮੰਤਰੀ ਕਰਨਗੇ ਉਸ ਦਿਨ ਕਿਸਾਨਾਂ ਨੂੰ ਰਿਆਇਤ ਦੇਣਗੇ, ਪਰ ਉਹ ਰਿਆਇਤ ਨਹੀਂ ਦਿੱਤੀ ਗਈ। ਹਜੇ ਵੀ ਗੱਲ ਚੱਲਦੀ ਪਈ ਆ, ਜਿਹੜੇ ਕਿਸਾਨ ਬਾਅਦ ਚੋਂ ਕਣਕ ਲੈ ਕੇ ਆਣ ਆਪਦੇ ਕੋਲ ਸਟੋਰ ਕਰਦੇ ਤਾਂ ਬੈਨੀਫਿਟ ਦੇਣਾ ਸਰਕਾਰਾਂ ਦਾ ਫਰਜ਼ ਬਣਦਾ, ਅਸੀਂ ਉਹਨਾਂ ਨੂੰ ਮੁਹੱਈਆ ਕਰਾਈਏ। ਕਿਉਂਕਿ ਇਹ ਜਿਹੜੀ ਖਰੀਦ ਹੈ MSP ਸੈਂਟਰ ਦਿੰਦਾ ਹੈ, ਖਰੀਦ ਏਜੰਸੀ ਵੀ FCI ਹੈ ਤੇ ਅਸੀਂ ਉਹਦੀ ਨੋਡਲ ਮੇਨ ਏਜੰਸੀ ਉਹ ਹੈ ਨੋਡਲ ਏਜੰਸੀ, ਤਾਂ ਉਹਦੇ ਥਰੂ ਹੀ ਬੋਨਸ ਦਿੱਤਾ ਜਾ ਸਕਦਾ ਹੈ। ਤੇ ਸਾਡੀ ਅਪੀਲ ਹੈ ਅਕਾਲੀ ਦਲ ਨੂੰ ਵੀ ਤੇ BJP ਦੇ ਲੋਕਾਂ ਨੂੰ ਵੀ ਕਿ ਉਹ ਪ੍ਰਧਾਨ ਮੰਤਰੀ ਤੱਕ ਇਹ ਗੱਲ ਪਹੁੰਚਾਉਣ ਤਾਂ ਜੋ ਕਿਸਾਨਾਂ ਨੂੰ ਵੱਧ ਬੈਨੀਫਿਟ ਮਿਲ ਸਕੇ। ਅਗਰ ਉਹ ਆਪਦੀ ਕਣਕ ਨੂੰ ਆਪਦੇ ਕੋਲ ਸਟੋਰ ਕਰਕੇ ਰੱਖਦੇ ਨੇ ਤੇ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਹੈ। ਦੂਜੀ ਗੱਲ ਓਲਾ ਦੀ ਵੀ ਗੱਲ ਕੱਲ CM ਸਾਹਿਬ ਨੇ ਕਰਤੀ, ਅਗਰ ਪਾਸ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਥਰੂ ਓਲਾ ਐਪ ਵੀ ਅਸੀਂ ਉਸ ਚੀਜ਼ ਨੂੰ ਹੁਣ ਉਹਦਾ ਅੱਜ ਟ੍ਰਾਇਲ ਚੱਲਦਾ ਪਿਆ, ਜੇ ਟ੍ਰਾਇਲ ਅਗਰ ਪ੍ਰੋਪਰ ਸਕਸੈਸਫੁਲ ਹੋਇਆ ਤਾਂ ਆਪਾਂ ਉਹ ਵੀ ਰਨ ਆਊਟ ਕਰਾਂਗੇ ਕਿਸਾਨਾਂ ਦੇ ਨਾਲ। ਬਿਲਕੁਲ। ਔਰ ਕਲੇਰ ਸਾਹਿਬ ਜਿਵੇਂ ਬੋਨਸ ਦੀ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੱਠੀ ਲਿਖੀ ਗਈ ਹੈ, ਕਿਉਂਕਿ ਇਹ ਇੱਕ ਵੱਡੀ ਪ੍ਰੋਬਲਮ ਹੋਣ ਵਾਲੀ ਹੈਗੀ ਹੈ ਕਿ ਜੇਕਰ ਕਿਸਾਨਾਂ ਨੂੰ ਆਪਣੀ ਜਿਹੜੀ ਫਸਲ ਹੈਗੀ ਹੈ, ਕਣਕ ਜਿਹੜੀ ਹੈਗੀ ਹੈ ਉਹ ਸਟੋਰ ਕਰਨੀ ਪੈ ਗਈ ਤਾਂ ਦੇਰੀ ਤਾਂ ਪ੍ਰਕਿਰਿਆ ਦੇ ਵਿੱਚ ਹੋਵੇਗੀ। ਸੋ ਬੋਨਸ ਦੀ ਵੀ ਗੱਲ ਉੱਠ ਰਹੀ ਹੈ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ ਬੋਨਸ ਦੇ ਦੇ ਇਹਨਾਂ ਕਿਸਾਨਾਂ ਨੂੰ ਤਾਂ ਕਿ ਜਿਹੜੀ ਹੈ ਉਹਨਾਂ ਦੀਆਂ ਥੋੜ੍ਹੀਆਂ ਜਿਹੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਘੱਟ ਸਕਣ। ਜੱਦਾ ਜੀ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਰਿਹਾ ਔਰ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੀ ਆਵਾਜ਼ ਚੱਕਦਾ ਰਿਹਾ ਔਰ ਮੋਦੀ ਸਰਕਾਰ ਨੇ ਪਹਿਲਾਂ ਵੀ ਕਦੇ ਨਿਰਾਸ਼ ਨਹੀਂ ਕੀਤਾ। MSP ਜਿੰਨੀ ਹੈ ਸਰਕਾਰ ਦੇ ਦੌਰਾਨ ਵਧੀ ਹੈ, ਉਹ ਕਦੇ ਕਿਸੇ ਸਰਕਾਰਾਂ ਨੇ ਨਹੀਂ ਵਧਾਈ ਔਰ ਅੱਗੇ ਵੀ ਇਹ ਜਾਰੀ ਰਹੂਗਾ। ਪਰ ਜੋ ਅੱਜ ਦੀ ਸਮੱਸਿਆ ਜਿਹਦੀ ਮੈਂ ਗੱਲ ਕਰ ਰਿਹਾ, ਮੈਂ ਜ਼ਰੂਰ ਕਹਿਣਾ ਕਿ ਇਹ ਤੁਸੀਂ ਪ੍ਰਬੰਧ ਮੁਕੰਮਲ ਕਰੋ। ਜਿਹੜਾ ਬੋਨਸ ਹੈ ਉਹਦੀ ਲੜਾਈ ਅਸੀਂ ਤੁਹਾਡੇ ਨਾਲ ਜਾਵਾਂਗੇ, ਅਸੀਂ ਤੁਹਾਡੇ ਨਾਲ ਜਾ ਕੇ ਲੜਾਂਗੇ। ਪਰ ਜੋ ਅੱਜ ਦੀ ਗੱਲ ਹੈ, ਅੱਜ ਦੀ ਗੱਲ ਇਹ ਹੈਗੀ ਕਿ ਪ੍ਰਬੰਧ ਦੇਣੇ ਪੰਜਾਬ ਸਰਕਾਰ ਨੇ। ਜਿਹੜੀ ਇਹ ਵੈਬਸਾਈਟ ਦੀ ਗੱਲ ਕਰਦੇ ਨੇ ਕਿ ਉੱਥੇ ਪਾਸ ਬਣਾ ਲਈ, ਮੈਂ ਫੇਰ ਦੁਬਾਰਾ ਦੱਸਦਾ ਕਿ ਉੱਥੇ ਬਹੁਤ ਜ਼ਿਆਦਾ ਖੱਜਲ ਖੁਆਰੀ ਹੋ ਰਹੀ ਹੈ, ਉੱਥੇ ਪਾਸ ਨਹੀਂ ਬਣ ਰਹੇ। ਇਹ ਚੀਜ਼ ਨੂੰ ਚੈੱਕ ਕਰੋ। ਦੂਜੀ ਗੱਲ, ਜੋ ਪ੍ਰਬੰਧ ਕਰਨੇ ਨੇ, ਜੋ ਮੰਡੀਆਂ ਦੇ ਪ੍ਰਬੰਧ ਕਰਨੇ, ਜੋ ਟੋਕਨ ਸਿਸਟਮ ਹੈ, ਅੱਜ ਪੰਜਾਬ ਸਰਕਾਰ ਦਾ ਪ੍ਰਬੰਧ ਹੈ। ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਮੈਂ ਬਿਲਕੁਲ ਚਾਹੁੰਦਾ ਕਿ ਬੋਨਸ ਮਿਲੇ, ਪਰ ਜੋ ਪ੍ਰਬੰਧ ਨੇ ਪਹਿਲਾਂ ਪ੍ਰਬੰਧਾਂ ਨੂੰ ਪ੍ਰੋਪਰ ਤਰੀਕੇ ਨਾਲ ਸੁਚਾਰੂ ਰੂਪ ਨਾਲ ਚਲਾਓ। ਕਿਉਂਕਿ ਅਗਰ ਮੰਡੀਆਂ ਦੇ ਵਿੱਚ ਹੀ ਐਸੀ ਕੋਈ ਸਥਿਤੀ ਪੈਦਾ ਹੋ ਗਈ ਔਰ ਅਗਰ ਕਿਸਾਨਾਂ ਦੀ ਫਸਲ ਖਰਾਬ ਹੁੰਦੀ ਹੈ ਤਾਂ ਇੱਕ ਬਹੁਤ ਜ਼ਿਆਦਾ ਮਾੜੀ, ਜਿਵੇਂ ਪਹਿਲਾਂ ਗੱਲ ਕਹੀ ਹੈ ਕਿ ਪੰਜਾਬ ਤਾਂ ਹੈ ਹੀ ਇੱਕ ਐਗਰੀਕਲਚਰ ਬੇਸਡ ਇਕਨੋਮੀ ਹੈ। ਸੋ ਕਿਤੇ ਨਾ ਕਿਤੇ ਸਾਰਾ ਪੰਜਾਬ ਦੀ ਇਕਨੋਮੀ ਇਹਦੇ ਨਾਲ ਹਿੱਲ ਜਾਣੀ ਹੈ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਇਹਨਾਂ ਦੇ ਕੋਈ ਟੋਕਨ ਸਿਸਟਮ ਹੈ, ਟਰਾਲੀਆਂ ਵਾਲੇ ਫੈਸਲੇ ਰਿਵਿਊ ਕਰਨ, ਥੋੜਾ ਜਿਹਾ ਲੋਕਾਂ ਲਈ ਈਜ਼ੀ ਬਣਾਉਣ ਤਾਂ ਕਿ ਲੋਕ ਆਪਣੀ ਫਸਲ ਨੂੰ, ਔਰ ਜਿੱਥੇ ਅੱਜ ਇਹ ਗੱਲ ਹੈਗੀ ਹੈ ਕਿ ਭਰੋਸਾ ਪੈਦਾ ਕਰਨ ਦੀ ਲੋੜ ਹੈ, ਪੰਜਾਬ ਸਰਕਾਰ ਕਿਸਾਨੀ ਦੇ ਉੱਤੇ ਭਰੋਸਾ ਜਗਾਵੇ ਕਿ ਹਾਂ ਅਗਰ ਤੁਸੀਂ ਫਸਲ ਸਟੋਰ ਕਰੋਗੇ, ਕਿਉਂਕਿ ਸਾਰੇ ਕਿਸਾਨ ਸਟੋਰ ਵੀ ਨਹੀਂ ਕਰ ਸਕਦੇ। ਮਨਚੰਦਾ ਜੀ, ਛੋਟੇ ਕਿਸਾਨ ਨੂੰ ਸਟੋਰ ਕਰਨਾ ਵੀ ਬਹੁਤ ਔਖਾ ਹੈ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਸੋਚਣ ਵਾਲਾ ਵਿਸ਼ਾ ਹੈ। ਬਿਲਕੁਲ ਕਲੇਰ ਸਾਹਿਬ, ਇੱਕ ਹੋਰ ਸਵਾਲ ਜਿਹੜਾ ਹੈਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੱਲੋਂ ਪ੍ਰਧਾਨ ਮੰਤਰੀ ਨੇ ਇੱਕ ਹੋਰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਕਿ ਜਿੰਨੀਆਂ ਵੀ ਫੈਕਟਰੀਜ਼ ਜਾਂ ਇੰਡਸਟਰੀਜ਼ ਜਿਹੜੀਆਂ ਹੈਗੀਆਂ ਨੇ ਜਾਂ ਭਾਵੇਂ ਹੋਰ ਜਿਹੜੇ ਬਿਜ਼ਨਸ ਹਾਊਸਿਸ ਹੈਗੇ ਨੇ ਉਹ ਆਪਣੇ ਕਾਮਿਆਂ ਨੂੰ ਨੌਕਰੀਆਂ ਤੋਂ ਨਾ ਕੱਢਣ ਤੇ ਨਾ ਹੀ ਉਹਨਾਂ ਦੀਆਂ ਤਨਖਾਹਾਂ ਰੋਕਣ। ਪਰ ਮੁੱਖ ਮੰਤਰੀ ਵੱਲੋਂ ਚਿੱਠੀ ਲਿਖੀ ਗਈ ਹੈ ਕਿ ਇਸ ਦੇ ਨਾਲ ਇੰਡਸਟਰੀ ਤੇ ਹੋਰ ਜਿਹੜਾ ਬੋਝ ਪਵੇਗਾ ਕਿ ਜੇਕਰ ਬਿਨਾਂ ਉਹ ਲੇਬਰ ਤੋਂ ਉਹਨਾਂ ਨੂੰ ਜੇ ਕੰਮਕਾਜ ਨਹੀਂ ਚੱਲਦੇ ਪਏ ਹੈਗੇ ਤਾਂ ਉਹਨਾਂ ਨੂੰ ਜੇ ਤਨਖਾਹਾਂ ਦੇਣਗੇ ਤਾਂ ਉਹ ਵਾਧੂ ਬੋਝ ਪਵੇਗਾ। ਨੋ ਡਾਊਟ ਹਾਲੇ ਇਸ ਇਕਨੋਮੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ, ਹਾਲੇ ਇਸ ਦੀ ਗੱਲ ਵੀ ਨਹੀਂ ਹੋ ਰਹੀ ਹੈਗੀ, ਪਰ ਨੁਕਸਾਨ ਜਿਹੜਾ ਹੈਗਾ ਉਹ ਨੋ ਡਾਊਟ ਬਹੁਤ ਜ਼ਿਆਦਾ ਹੋ ਵੀ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋ ਵੀ ਸਕਦਾ ਹੈਗਾ। ਪਰ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਲਈਏ ਕਿ ਵਾਕਈ ਇੰਡਸਟਰੀ ਤੇ ਇਸ ਦੇ ਨਾਲ ਵਾਧੂ ਬੋਝ ਪਵੇਗਾ ਜੇਕਰ ਉਹ ਆਪਣੇ ਕਾਮਿਆਂ ਨੂੰ ਜਿਹੜੀ ਹੈ ਬਿਨਾਂ ਕੰਮ ਤੋਂ ਤਨਖਾਹਾਂ ਦੇਣਗੇ ਤਾਂ। ਮਨਚੰਦਾ ਜੀ, ਜਿੱਥੇ ਤੱਕ ਪ੍ਰਧਾਨ ਮੰਤਰੀ ਸਾਹਿਬ ਦੀ ਅਪੀਲ ਹੈ ਕਿ ਕਿਸੇ ਨੂੰ ਕੰਮ ਤੋਂ ਨਾ ਕੱਢਿਆ ਜਾਵੇ, ਬੜੀ ਵਾਜਿਬ ਅਪੀਲ ਹੈ ਕਿਉਂਕਿ ਸਮਾਂ ਇੰਨਾ ਸੰਵੇਦਨਸ਼ੀਲ ਹੈ, ਕਿਸੇ ਦਾ ਦਿਲ ਨਹੀਂ ਕਰਦਾ ਘਰੇ ਬੈਠਣ ਨੂੰ, ਮਜਬੂਰੀ ਹੈ, ਲੋਕ ਘਰੇ ਬੈਠੇ ਨੇ। ਔਰ ਅਗਰ ਅੱਜ ਫੈਕਟਰੀਆਂ ਜਾਂ ਜਿਹੜੇ ਉਦਯੋਗ ਨੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੰਦੇ ਨੇ ਤਾਂ ਇਹ ਨੁਕਸਾਨ ਦੀ ਕਦੇ ਭਰਪਾਈ ਨਹੀਂ ਹੋ ਪਾਏਗੀ। ਹਾਂ, ਮੈਂ ਜ਼ਰੂਰ ਮੰਨਦਾ ਕਿ ਇਹਦੇ ਲਈ ਕੁਝ ਰੂਲਸ ਬਣਾ ਦੇਣੇ ਚਾਹੀਦੇ ਨੇ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੰਪਨਸੇਟ ਕੀਤਾ ਜਾਵੇ। ਦੂਜੇ ਪਾਸੇ ਮੈਂ ਅਮਰਿੰਦਰ ਸਿੰਘ ਜੀ ਤੋਂ ਵੀ ਇਹ ਮੰਗ ਕਰਦਾ ਕਿ ਜੋ ਪੰਜਾਬ ਦੇ ਵਿੱਚ ਜਿੱਥੇ ਉਹਨਾਂ ਦਾ ਆਪਣਾ ਇਖਤਿਆਰ ਖੇਤਰ ਹੈ, ਉੱਥੇ ਜੋ ਇਹ ਦੌਰ ਦੇ ਵਿੱਚ ਜੋ ਬਿੱਲ ਆ ਰਹੇ ਨੇ ਉਹਨਾਂ ਦੇ ਉੱਤੇ ਵੀ ਥੋੜਾ ਧਿਆਨ ਦੇਣ ਦੀ ਲੋੜ ਹੈ।
ਉਹਦੇ ਲਈ ਵੀ ਉਹ ਕੋਈ ਗਾਈਡਲਾਈਨ ਜਾਰੀ ਕਰਨ ਤਾਂ ਕਿ ਜਿਹੜੇ ਗਰੀਬ ਲੋਕ ਜਾਂ ਐਸੇ ਲੋਕ ਜਿਹੜੇ ਇਸ ਤੋਂ ਵੀ ਸਮਰਥ ਨੇ ਉਹਨਾਂ ਲਈ ਵੀ ਕੋਈ ਗਾਈਡਲਾਈਨਸ ਤਿਆਰ ਹੋਣੀਆਂ ਚਾਹੀਦੀਆਂ। ਬਿਲਕੁਲ ਪ੍ਰਿਤਪਾਲ ਜੀ, ਇਕਨੋਮੀ ਦੀ ਹਜੇ ਗੱਲ ਨਹੀਂ ਹੋ ਪਾ ਰਹੀ ਹੈ ਕਿਉਂਕਿ ਹੱਲੇ ਜਿਹੜੀ ਪ੍ਰਾਇਰਟੀ ਹੈਗੀ ਹੈ ਸਾਰੀਆਂ ਹੀ ਸਰਕਾਰਾਂ ਵਾਸਤੇ, ਭਾਵੇਂ ਉਹ ਕੇਂਦਰ ਦੀ ਸਰਕਾਰ ਹੈ ਜਾਂ ਵੱਖ-ਵੱਖ ਸੂਬਿਆਂ ਦੀ ਜਿਹੜੀਆਂ ਸਰਕਾਰਾਂ ਹੈਗੀਆਂ ਨੇ, ਉਹਨਾਂ ਦੀ ਜਿਹੜੀ ਪ੍ਰਾਇਰਟੀ ਹੈਗੀ ਹੈ ਕਿ ਲੋਕਾਂ ਦੀ ਜਾਨ ਕਿਸ ਤਰੀਕੇ ਦੇ ਨਾਲ ਬਚਾਈ ਜਾ ਸਕੇ। ਬਾਰ-ਬਾਰ ਇਹੀ ਸਵਾਲ ਉੱਠ ਰਹੇ ਨੇ, ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਘਰੇ ਬਿਠਾਇਆ ਜਾ ਸਕੇ ਕਿਉਂਕਿ ਇਸ ਟਾਈਮ ਜਿਹੜੀ ਹਿਊਮਨ ਵੈਲਿਊ ਹੈ ਉਹ ਸਭ ਤੋਂ ਇੰਪੋਰਟੈਂਟ ਹੈਗੀ ਹੈ। ਪਰ ਮੈਨੂੰ ਲੱਗਦਾ ਹੈ ਕਿ ਜਾਂ ਤੁਸੀਂ ਕੀ ਸੋਚਦੇ ਹੋ ਕਿ ਆਉਣ ਵਾਲੇ ਥੋੜੇ ਦਿਨਾਂ ਤੋਂ ਬਾਅਦ ਹੁਣ ਇਕਨੋਮੀ ਜਿਹੜੀ ਆਲਰੇਡੀ ਭਾਵੇਂ ਵਰਲਡ ਵਾਈਡ ਹੈਗੀ ਹੈ ਜਾਂ ਦੇਸ਼ ਦੀ ਹੈਗੀ ਹੈ ਜਾਂ ਪੰਜਾਬ ਦੀ ਹੈਗੀ ਹੈ ਅਰਥ ਵਿਵਸਥਾ, ਉਹ ਡਾਵਾਡੋਲ ਹੋ ਚੁੱਕੀ ਹੈਗੀ ਹੈ। ਹੁਣ ਤੋਂ ਥੋੜੇ ਦਿਨਾਂ ਬਾਅਦ ਸ਼ਾਇਦ ਇਸ ਵੱਲ ਵੀ ਹੁਣ ਧਿਆਨ ਦੇਣ ਦੀ ਲੋੜ ਪਏਗੀ। ਗੱਲ ਇਹ ਹੈ ਕਿ ਜਿਹੜਾ ਕੈਪਟਨ ਸਾਹਿਬ ਨੇ ਇਸ ਚੀਜ਼ ਦਾ ਪ੍ਰਧਾਨ ਮੰਤਰੀ ਕੋਲ ਜਿਹੜੀਆਂ ਤਨਖਾਹਾਂ ਪੂਰੀਆਂ ਦੇਣ ਦੀ ਗੱਲ ਆਖੀ ਹੈ, ਕਿਉਂਕਿ ਤਨਖਾਹਾਂ ਅਲੱਗ-ਅਲੱਗ ਸੈਕਟਰ ਦੇ ਵਿੱਚ ਜਿਹੜੇ ਬੰਦ ਪਏ ਆਯੋਗ ਨੇ ਉਹਨਾਂ ਦੇ ਵਿੱਚ ਇੱਕ ਸਲੈਬਸ ਹੁੰਦਾ ਵਾ। ਸਲੈਬ ਦੇ ਅਕੋਰਡਿੰਗਲੀ ਜੇ ਅਸੀਂ ਫੁੱਲ ਸੈਲਰੀ ਹਰੇਕ ਨੂੰ ਪੇ ਕਰਨ ਲੱਗ ਜਾਈਏ ਉਸ ਚੀਜ਼ ਦਾ ਖੁਲਾਸਾ, ਕਿਉਂਕਿ ਉਹ ਬਹੁਤ ਬਲਕ ਅਮਾਊਂਟ ਬਣ ਜੂਗੀ ਜਿਹਦਾ ਬਰਡਨ ਇੰਡਸਟਰੀ ਨਹੀਂ ਚੱਲ ਪਾਊਗੀ। ਕਿਉਂਕਿ ਮੈਂ ਇੱਕ ਹੋਰ ਗੱਲ ਕਰਾਂ, ਜਿਹੜਾ ਇਹ ਸੀਜ਼ਨ ਚੱਲਦਾ ਪਿਆ ਇਸ ਵੇਲੇ, ਜਿਹੜਾ ਹੌਜ਼ਰੀ ਲੁਧਿਆਣਾ ਦੀ ਇੰਡਸਟਰੀ ਆ, ਹੌਜ਼ਰੀ ਵਾਲੇ ਇਹਨਾਂ ਦਿਨਾਂ ਦੇ ਵਿੱਚ ਕਲੈਕਸ਼ਨ ਤੇ ਨਿਕਲਦੇ ਹੁੰਦੇ ਆ ਬਾਹਰ ਦੀਆਂ ਸਟੇਟਾਂ 'ਚ ਜਿੱਥੇ ਮਾਲ ਜਾਂਦਾ ਉਹਨਾਂ ਦਾ, ਤੇ ਇਹ ਦਿਨ ਉਹਨਾਂ ਦੇ ਕਲੈਕਸ਼ਨ ਦੇ ਹੁੰਦੇ ਆ। ਤੇ ਅਗਰ 2 ਮਹੀਨੇ ਲਾਕਡਾਊਨ ਚੱਲ ਗਿਆ ਉਹਨਾਂ ਨੂੰ ਵੀ ਉਹ ਕਲੈਕਸ਼ਨ ਪੈਸਾ ਵਾਪਸ ਹੋਣਾ ਸੀ। ਤੇ ਅਗਰ ਆਪਾਂ ਕਹੀਏ ਕਿ ਲੁਧਿਆਣੇ ਦੇ ਵਿੱਚ ਹੀ 10-15 ਲੱਖ ਤੋਂ ਉੱਪਰ ਮੁਲਾਜ਼ਮ ਇਸ ਫੀਲਡ ਦੇ ਵਿੱਚ ਕੰਮ ਕਰਦਾ ਹੈ, ਅਗਰ ਆਪਾਂ ਉਹਨਾਂ ਨੂੰ ਫੁੱਲ ਸੈਲਰੀ ਅਗਰ ਕੰਪਨੀਆਂ ਦੇ ਬੋਝ ਪਾਵਾਂਗੇ ਤਾਂ ਉਹ ਕਿਤੇ ਨਾ ਕਿਤੇ ਬੈਕ ਆਊਟ ਹੋਣਗੀਆਂ। ਕਿਉਂਕਿ ਪਹਿਲਾਂ ਹੀ ਇੱਕ ਇਕਨੋਮੀ ਕ੍ਰਾਈਸਿਸ ਦੇ ਵਿੱਚ ਆ, ਆਪਾਂ ਸ਼ੇਅਰ ਮਾਰਕੀਟ ਕਿੱਦਾਂ ਡਾਵਾਡੋਲ ਹੁੰਦੀ ਦੇਖੀ ਹੈ ਇਹਨਾਂ ਦਿਨਾਂ ਦੇ ਵਿੱਚ, ਆਉਣ ਵਾਲੇ ਦਿਨਾਂ 'ਚ। ਇਸੇ ਕਰਕੇ ਪਹਿਲਾਂ ਜਦੋਂ ਅੱਜ ਤੋਂ 7-8 ਮਹੀਨੇ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਜਦੋਂ RBI ਗਵਰਨਰ ਨੇ ਅਸਤੀਫਾ ਦਿੱਤਾ ਤੇ ਸੈਂਟਰ ਸਰਕਾਰ 1,70,000 ਕਰੋੜ ਕਢਾਇਆ 3.5 ਲੱਖ ਕਰੋੜ ਦੇ ਵਿੱਚੋਂ, ਜਿਹੜਾ ਬੇਸਿਕਲੀ ਫੰਡ ਇਹਨਾਂ ਡਿਸਾਸਟਰ ਮੈਨੇਜਮੈਂਟ, ਅਗਰ ਕੋਈ ਜੰਗ ਲੱਗ ਜਾਏ ਜਾਂ ਕੋਈ ਇਹਦੀ ਆਪਦਾ ਆ ਜਾਏ ਜਿੱਥੇ ਦੇਸ਼ ਨੂੰ ਪੈਸੇ ਦੀ ਲੋੜ ਪੈ ਜਾਏ, ਉਹ ਸਿਕਿਉਰ ਫੰਡ ਪਿਆ ਸੀਗਾ, ਉਹਨੂੰ ਯੂਟਿਲਾਈਜ਼ ਕਰ ਲਿਆ। ਉਸ ਵੇਲੇ ਬਹੁਤ ਰੌਲਾ ਪਿਆ ਤੇ ਉਹਨੂੰ ਲੱਗਦਾ ਸੀ ਕਿ ਇਹ ਕ੍ਰਾਈਸ ਕਦੀ ਹਿੰਦੁਸਤਾਨ ਤੇ ਆਊਗਾ ਨਹੀਂ, ਪਰ ਉਹ 6-8 ਮਹੀਨਿਆਂ ਦੇ ਵਿੱਚ ਹੀ ਆ ਗਿਆ। ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋ ਉਦੋਂ ਆਲ ਪਾਰਟੀ ਮੀਟਿੰਗ ਦੇ ਵਿੱਚ ਜਾਖੜ ਸਾਹਿਬ ਨੇ ਵੀ ਇਹ ਗੱਲ ਰੱਖੀ ਕਿ ਪੰਜਾਬ ਨੂੰ ਵੀ ਤੇ ਪੂਰੇ ਹਿੰਦੁਸਤਾਨ ਨੂੰ ਵੀ ਇੱਕ ਇੰਡਸਟਰੀਅਲ ਸਪੈਸ਼ਲ ਪੈਕੇਜ ਪ੍ਰਧਾਨ ਮੰਤਰੀ ਨੂੰ ਦੇਣਾ ਪੈਣਾ ਹੈ, ਕਿਉਂਕਿ GST ਦਾ ਵੀ ਲਾਸ ਹੋਇਆ ਸਾਡੀ ਇਕਨੋਮੀ, ਕਿਉਂਕਿ ਅਗਰ ਬੇਸਿਕਲੀ ਦੇਖਿਆ ਜਾਵੇ 1.5-2 ਮਹੀਨੇ ਦੇ ਵਿੱਚ GDP ਤਾਂ ਜ਼ੀਰੋ ਹੋ ਚੁੱਕੀ ਹੈ ਪੂਰੀ ਦੀ ਪੂਰੀ। ਤੇ ਆਪਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਵਰਕਆਊਟ ਕਰਨਾ, ਕਿਵੇਂ ਇੰਟਰਨੈਸ਼ਨਲ ਮਾਰਕੀਟ ਨਾਲ ਡੀਲ ਕਰਨਾ, ਕਿਵੇਂ ਆਪਦੇ ਲੋਕਾਂ ਦੀਆਂ ਨੌਕਰੀਆਂ ਸਿਕਿਉਰ ਕਰਨੀਆਂ, ਇੱਕ ਆਪਦੇ ਆਪ ਦੇ ਵਿੱਚ ਚੈਲੰਜ ਹੋਊਗਾ ਜਦੋਂ ਇਹ ਲਾਕਡਾਊਨ ਓਪਨ ਹੋਊਗਾ। ਕਿਉਂਕਿ ਮੈਨੂੰ ਲੱਗਦਾ ਕਿ 6-8 ਮਹੀਨੇ ਜਿਹੜੇ ਲੋਕਾਂ ਦੀਆਂ ਨੌਕਰੀਆਂ ਕਈਆਂ ਦੀਆਂ ਚਲੀਆਂ ਵੀ ਜਾਣਗੀਆਂ, ਕਿਉਂਕਿ ਕੰਪਨੀਆਂ ਦੇ ਕਈਆਂ ਦੇ ਬਜਟ 10-10 ਮੁਲਾਜ਼ਮਾਂ ਦੇ ਨਾਲ ਕਈ ਕੰਪਨੀਆਂ ਚੱਲਦੀਆਂ ਨੇ। ਅਗਰ ਉਹਨਾਂ ਨੂੰ ਕਹਿ ਦਈਏ ਆਪਾਂ 2-3 ਮਹੀਨੇ ਉਹਨਾਂ ਦੀ ਸੈਲਰੀ ਪੇ ਆਊਟ ਕਰ ਦਈਏ 9 ਲੱਖ 10 ਲੱਖ ਰੁਪਏ ਦੇ ਆਸ-ਪਾਸ ਦਾ ਖਰਚਾ ਬਣ ਜਾਂਦਾ। ਉਹ ਵੀ ਇੱਕ ਆਪਦੇ ਆਪ ਬਰਡਨ ਹੈਗਾ ਜਿਹਨੂੰ ਸੈਂਟਰ ਸਰਕਾਰ ਨੂੰ ਸੋਚਣਾ ਪਊਗਾ। ਅਸੀਂ ਤਾਂ ਇਸੇ ਕਰਕੇ ਅਪੀਲ ਕੀਤੀ ਹੈ ਕਿ ਫੁੱਲ ਬਰਡਨ ਨਹੀਂ, ਇੱਕ ਲੰਸਮ ਅਮਾਉਂਟ ਅਸੀਂ ਤੈਅ ਕਰ ਦਈਏ। ਪ੍ਰਧਾਨ ਮੰਤਰੀ ਕਹਿਣ ਕਿ ਇਹ ਸਲੈਬ ਵਾਲੇ ਬੰਦਿਆਂ ਨੂੰ ਇੰਨੀ ਸੈਲਰੀ ਦੇ ਦਿੱਤੀ ਜਾਵੇ ਤਾਂ ਜੋ ਜਿਹੜਾ ਉਹਨਾਂ ਦੇ ਘਰ ਦਾ ਖਰਚਾ ਹੈ ਉਹ ਚੱਲ ਸਕੇ। ਦੂਜੀ ਇਹਨਾਂ ਨੇ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਹੈ, ਬਿਜਲੀ ਦੇ ਬਿੱਲਾਂ ਦੀ ਡੇਟ ਫਿਰ ਅੱਗੇ ਵਧੂਗੀ ਕਿਉਂਕਿ ਲਾਕਡਾਊਨ ਅੱਗੇ ਐਕਸਟੈਂਡ ਹੋ ਗਿਆ। ਮੁੱਖ ਮੰਤਰੀ ਸਾਹਿਬ ਇਹ ਤੇ ਜਲਦ ਫੈਸਲਾ ਕਰਕੇ ਅਨਾਉਂਸ ਕਰ ਦੇਣਗੇ ਤੇ ਜਿਹੜੇ ਰੇਟਸ ਨੇ ਉਹਨਾਂ ਨੂੰ ਵੀ ਘੱਟ ਕੀਤਾ ਗਿਆ ਇਸੇ ਦੇਖਦੇ ਹੋਏ। ਤੇ ਤੀਜੀ ਗੱਲ ਜਿਹੜੇ ਸਾਡੇ ਥਰਮਲ ਪਲਾਂਟ ਸੀਗੇ, ਜਦੋਂ ਕਿ ਸੈਂਟਰ ਨੇ ਸਾਨੂੰ ਇਹ ਕਹਿਤਾ ਕਿ ਅਸੀਂ ਇਹਨਾਂ ਨੂੰ ਪੇ ਆਊਟ ਕਰਨਾ, ਅਸੀਂ ਉਸ ਚੀਜ਼ ਲਈ ਵੀ ਲਿਖਿਆ ਕਿ ਅਸੀਂ ਇਸ ਵੇਲੇ ਪੇ ਆਊਟ ਨਹੀਂ ਕਰ ਸਕਦੇ। ਜੇ ਖਪਤ ਪੰਜਾਬ ਜਿਹੜਾ PSPCL ਹੈ ਉਹ ਰੈਵਨਿਊ ਤਾਂ ਲੈ ਹੀ ਨਹੀਂ ਰਿਹਾ, ਲੋਕਾਂ ਤੋਂ ਬਿੱਲ ਹੀ ਨਹੀਂ ਲੈ ਰਿਹਾ ਫਰੋਮ ਲਾਸਟ 2 ਮੰਥਸ। ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਅੱਗੇ ਪੋਸਟਪੋਨ ਕਰਨਾ ਪਊਗਾ। ਤੀਸਰੀ ਗੱਲ ਜਿਹੜੀ EMIs ਦੀ ਆਪਾਂ ਡਿਸਕਸ ਆਊਟ ਨਹੀਂ ਕੀਤਾ, ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ ਸੀ ਕਿ ਉਦਯੋਗਾਂ ਦੀਆਂ ਤੇ ਬਾਕੀ ਜਿੰਨੇ ਵੀ ਲੋਕ ਨੇ ਉਹਨਾਂ ਦੀ EMIs ਕੱਟੀਆਂ ਨਹੀਂ ਜਾਣਗੀਆਂ, ਪਰ ਕਈ ਬੈਂਕਾਂ ਨੇ ਲੋਕਾਂ ਦੀਆਂ ਕਿਸ਼ਤਾਂ ਉਹ ਕੱਟ ਲੀਆਂ ਨੇ, ਚਾਹੇ ਉਹ ਟਰੈਕਟਰ ਦੀ ਕਿਸ਼ਤ ਸੀ, ਚਾਹੇ ਉਹ 2 ਵਹੀਕਲ ਦੀ ਸੀ, ਬਾਕੀ ਚੀਜ਼ਾਂ ਦੀ ਸੀਗੀ। ਉਹਨਾਂ ਚੀਜ਼ਾਂ ਤੇ ਵੀ ਵਿਚਾਰ ਕਰਨ ਦੀ ਲੋੜ ਆ। ਆਲ ਪਾਰਟੀ ਮੀਟਿੰਗ ਦੀ ਮੇਰੇ ਹਿਸਾਬ ਨਾਲ ਡਿਸਕਸ਼ਨ ਹੋਈ ਹੋਗੀ। ਇਹਨਾਂ ਨੂੰ ਅਪੀਲ ਕਰਦੇ ਆ ਕਿਉਂਕਿ ਇਹ ਸਰਕਾਰ 'ਚ ਬੈਠੇ ਨੇ, ਜੇ ਪ੍ਰਧਾਨ ਮੰਤਰੀ ਕੋਈ ਐਸਾ ਫੈਸਲੇ ਲੈਂਦਾ ਤਾਂ ਇਹ ਅਨਾਉਂਸ ਕਰਦੇ ਨੇ ਤਾਂ ਉਹਨਾਂ ਨੂੰ ਇਨ ਬਿਲ ਲਾਗੂ ਕਰਨਾ ਚਾਹੀਦਾ। ਕਿਉਂਕਿ ਅਮਰੀਕਾ ਦੇ ਵਿੱਚ ਵੈਲਸ ਫਾਰਗੋ ਨੇ ਇੱਕ ਬੜੇ ਉੱਚ ਅਧਿਕਾਰੀ ਨਾਲ ਮੇਰੀ ਗੱਲ ਹੋਈ ਹੈ, ਉਹਨਾਂ ਨੇ ਨੋਟੀਫਿਕੇਸ਼ਨ ਕੱਢਤੀ ਸੀ
ਤੇ ਕਿਸੇ ਦੀ ਕੋਈ ਕਿਸ਼ਤ ਨਹੀਂ ਕੱਟੀ ਜਾਊਗੀ, ਤਾਂ ਉੱਥੇ ਨਹੀਂ ਕੱਟੀ ਗਈ। ਇੱਥੇ ਅਸੀਂ ਦੇਖਿਆ ਕਿ ਬਹੁਤ ਲੋਕਾਂ ਦੀਆਂ ਕਿਸ਼ਤਾਂ ਵੀ ਕੱਟੀਆਂ ਜਾ ਚੁੱਕੀਆਂ। ਅਗਰ ਅਗਲੇ ਦੇ ਅਕਾਊਂਟ 'ਚ ਪੈਸੇ ਪਏ ਆ ਤੇ ਕਿਸ਼ਤਾਂ ਦੇ ਵਿੱਚ ਚਲੇ ਗਏ ਤਾਂ ਰੋਟੀ ਕਿੱਥੋਂ ਖਾਊ? ਉਹ ਵੀ ਇੱਕ ਆਪ ਦੇ ਆਪ 'ਚ ਰੀਜ਼ਨ ਹੈ, ਕਿਉਂਕਿ ਇਹਨੂੰ ਅੱਗੇ ਆਪਾਂ ਡੈਫਰ ਕਰ ਸਕਦੇ ਸੀ 3 ਮਹੀਨਿਆਂ ਲਈ। ਕਲੇਰ ਸਾਹਿਬ ਨੂੰ ਬੇਨਤੀ ਹੈ, ਇਹ ਸੈਂਟਰ ਦੇ ਵਿੱਚ ਸ਼ਾਮਲ ਨੇ, ਇਹ ਉਸ ਦਾ ਤੱਕ ਅਪੀਲ ਪਹੁੰਚਾਉਣ ਕਿ ਲੋਕਾਂ ਦੀ ਅਗਲੀ ਜਿਹੜੀ ਨੈਕਸਟ ਹੁਣ ਕਿਸ਼ਤ ਆਊਗੀ ਉਹ ਨਾ ਕੱਟੀ ਜਾਵੇ, ਉਹ 3 ਮਹੀਨੇ ਉਦੋਂ ਤੋਂ ਡੈਫਰ ਕਰਤੀ ਜਾਵੇ। ਕਲੇਰ ਸਾਹਿਬ, ਜਿਵੇਂ ਪ੍ਰਿਤਪਾਲ ਜੀ ਗੱਲ ਕਰ ਰਹੇ ਸੀ ਇੰਡਸਟਰੀ ਨੂੰ ਲੈ ਕੇ ਕਿ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੱਲੋਂ ਜਿਹੜੀ ਇਹ ਚਿੱਠੀ ਲਿਖੀ ਗਈ ਸੀ ਕਿ ਇਹਨਾਂ ਦੀਆਂ ਤਨਖਾਹਾਂ ਦਾ ਜਿਹੜਾ ਫੈਸਲਾ ਹੈਗਾ ਉਹ ਉਸ 'ਤੇ ਮੁੜ ਵਿਚਾਰ ਕੀਤਾ ਜਾਵੇ ਕਿ ਤਨਖਾਹਾਂ ਦੇਣ ਦੇ ਨਾਲ ਜਿਹੜਾ ਇੰਡਸਟਰੀ 'ਤੇ ਵਾਧੂ ਬੋਝ ਪਵੇਗਾ, ਪਰ ਕੀ ਪੰਜਾਬ ਸਰਕਾਰ ਦੇ ਹੱਥ ਕੁਝ ਨਹੀਂ ਹੈਗਾ ਕਿ ਉਹ ਆਪਣੇ ਤੌਰ 'ਤੇ ਇੰਡਸਟਰੀਜ਼ ਦੇ ਲਈ ਕੁਝ ਕਰ ਸਕਣ ਕਿ ਇਹ ਜਿਹੜੇ ਕਾਮੇ ਹੈਗੇ ਨੇ ਇਹਨਾਂ ਦੀ ਤਨਖਾਹਾਂ ਤੇ ਨਾ ਕੋਈ ਅਸਰ ਪਵੇ, ਕਿਉਂਕਿ ਇਹ ਤਾਂ ਜਿਹੜਾ ਕਮਾਉਂਦੇ ਨੇ ਉਹੀ ਖਾਂਦੇ ਨੇ। ਇੰਡਸਟਰੀਜ਼ ਦੇ ਲਈ ਕੀ ਪੰਜਾਬ ਸਰਕਾਰ ਨਹੀਂ ਆਪਣੇ ਤੌਰ ਤੇ ਕੁਝ ਕਰ ਸਕਦੀ ਕਿ ਇਸ ਦੇ ਲਈ ਵੀ ਕੇਂਦਰ ਸਰਕਾਰ ਵੱਲ ਹੀ ਤੱਕਣਾ ਪਵੇਗਾ? ਕਿਉਂਕਿ ਮੈਂ ਫੇਰ ਤੁਹਾਨੂੰ ਉਹੀ ਗੱਲ ਕਹਿਣਾ ਕਿ ਚਲੋ ਇਹ ਰਾਜਨੀਤੀ ਦਾ ਸਮਾਂ ਨਹੀਂ ਹੈਗਾ, ਪਰ ਪੰਜਾਬ ਸਰਕਾਰ ਬਿਲਕੁਲ ਆਪਣੀ ਜੋ ਇੰਡਸਟਰੀ ਪੰਜਾਬ ਦੇ ਵਿੱਚ ਹੈ ਉਹ ਇਹਨਾਂ ਦੇ ਇਖਤਿਆਰ ਖੇਤਰ ਦੇ ਵਿੱਚ ਹੈ। ਸਪੈਸ਼ਲ ਪੈਕੇਜ ਆਪ ਦੇ ਸਕਦੇ ਨੇ। ਮੈਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਕਿ ਹਰ ਚੀਜ਼ ਇਹ ਸੈਂਟਰ ਦੇ ਉੱਤੇ ਸਿੱਟਣੀ ਚਾਹੁੰਦੇ ਨੇ। ਜੋ ਇਹਨਾਂ ਦੇ ਆਪਣੇ ਇਖਤਿਆਰ ਖੇਤਰ ਦੇ ਵਿੱਚ ਹੈ ਪਹਿਲਾਂ ਉਹ ਚੀਜ਼ਾਂ ਕਰਨ। ਔਰ ਇਹ ਤੋਂ ਵੀ ਪਹਿਲਾਂ ਮੈਂ ਗੱਲ ਕਹਿ ਦਿਆਂ ਕਿ ਹਲੇ ਸਮਾਂ ਨਹੀਂ ਹੈਗਾ। ਹਲੇ ਸੋਚੀਏ ਕਿ ਲੜਾਈ ਨੂੰ ਲੜਨਾ ਕਿਵੇਂ ਹੈ। ਇਕਨੋਮੀ ਬਹੁਤ ਜ਼ਰੂਰੀ ਚੀਜ਼ ਹੈ, ਉਹਦੇ ਬਾਰੇ ਵੀ ਫੈਸਲੇ ਨਾਲ ਲੈਣ ਦੀ ਲੋੜ ਹੈ, ਪਰ ਹਲੇ ਲੋੜ ਇਹ ਹੈਗੀ ਹੈ ਕਿ ਜੋ ਬੇਸਿਕ ਰਿਕੁਆਇਰਮੈਂਟਸ ਨੇ ਪਹਿਲਾਂ ਉਹਨਾਂ ਨੂੰ ਤਾਂ ਮੀਟ ਕਰੇ ਪੰਜਾਬ ਸਰਕਾਰ। ਔਰ ਇੰਡਸਟਰੀ ਨੂੰ ਇਹ ਖੁਦ ਪੈਕੇਜ ਦੇਣ, ਕਿਉਂ ਨਹੀਂ ਬੇਲ ਆਊਟ ਕਰਦੇ? ਜੋ ਇਹਨਾਂ ਦੇ ਵਿੱਚ ਇੰਡਸਟਰੀ ਆ ਉਹਨੂੰ ਕੋਈ ਸਬਸਿਡੀ ਦੇਵੇ, ਪੰਜਾਬ ਸਰਕਾਰ ਆਪ ਵੀ ਦੇ ਸਕਦੀ ਹੈ। ਰਾਈਟ ਪ੍ਰਿਤਪਾਲ ਜੀ, ਔਰ ਜੋ ਪੈਸਾ ਸੈਂਟਰ ਤੋਂ ਆਲਰੇਡੀ ਇਹਨਾਂ ਨੂੰ ਆ ਚੁੱਕਿਆ ਹੈ, ਉਹ ਪੈਸਾ ਇਹਨਾਂ ਨੇ ਕਿੱਥੇ ਲਾਇਆ ਉਹਦਾ ਵੀ ਵੇਰਵਾ ਦੇਣ। ਮੈਂ ਕਹਿੰਦਾ ਉਹਨੂੰ ਵੀ ਜਨਤਕ ਤੌਰ ਇਹਨਾਂ ਨੂੰ ਕਰਨਾ ਚਾਹੀਦਾ। ਹਾਂਜੀ। ਸੋ ਦੂਜੀ ਗੱਲ, ਜੋ ਬਲੀਆਵਾਲਾ ਸਾਹਿਬ ਨੇ ਹੁਣ ਇੱਕ ਬੈਂਕਾਂ ਦਾ ਮਸਲਾ ਉਠਾਇਆ, ਬਲੀਆਵਾਲਾ ਸਾਹਿਬ ਮੈਨੂੰ ਇਹ ਲੱਗਦਾ ਕਿ ਸ਼ਾਇਦ ਤੁਸੀਂ ਇਹ ਚੀਜ਼ ਨੂੰ ਨਜ਼ਰਅੰਦਾਜ਼ ਕਰ ਚੁੱਕੇ ਹੋ ਕਿ ਜੋ ਬੈਂਕਾਂ ਨੇ ਉਹਨਾਂ ਨੇ ਬਿਲਕੁਲ ਇੱਕ ਐਪ ਦੇ ਰਾਹੀਂ ਲੋਕਾਂ ਤੋਂ ਮੰਗ ਲਿਆ ਹੈਗਾ ਕਿ ਜੇ ਆਪਣੀਆਂ ਵੇਵ ਆਫ ਕਰਾਉਣੀ ਚਾਹੁੰਦੇ ਤਾਂ ਤੁਸੀਂ ਮੇਲ ਕਰ ਦਿਓ, ਔਰ ਹੋ ਵੀ ਰਹੀਆਂ ਨੇ। ਸੋ ਕਿਤੇ ਨਾ ਕਿਤੇ ਮੈਂ ਇਸ ਗੱਲ ਨੂੰ ਜ਼ਰੂਰ ਮੰਨਦਾ ਕਿ ਜੋ ਬੈਂਕਾਂ ਦਾ ਜੋ ਆਰਬੀਆਈ ਦਾ ਡਿਸੀਜਨ ਹੈ ਉਹ ਬੈਂਕਸ ਦੇ ਉੱਤੇ ਚੱਲ ਰਿਹਾ। ਠੀਕ ਹੈ, ਇੱਕਾ ਦੁੱਕਾ ਬੈਂਕ ਸੁਣਗੀਆਂ, ਪਰ ਮੋਟੇ ਤੌਰ ਦੇ ਉੱਤੇ ਲੋਕਾਂ ਤੋਂ ਓਪੀਨੀਅਨ ਲੈ ਕੇ ਜਿਨ੍ਹਾਂ ਨੇ ਆਪਣੀ ਈਐਮਆਈ ਡਿਲੇ ਕਰਾਉਣੀ ਹੈ ਉਹਨਾਂ ਤੋਂ ਈਮੇਲ ਜਾ ਚੁੱਕੀ ਹੈ ਔਰ ਉਹ ਹੋ ਵੀ ਰਹੀਆਂ ਨੇ। ਸੋ ਕਿਤੇ ਨਾ ਕਿਤੇ ਮੈਂ ਫੇਰ ਦੁਬਾਰਾ ਕਹਿ ਦਿਆਂ ਕਿ ਸਮਾਂ ਰਾਜਨੀਤੀ ਕਰਨ ਦਾ ਨਹੀਂ। ਪੰਜਾਬ ਸਰਕਾਰ ਪਹਿਲਾਂ ਇਹ ਯਕੀਨੀ ਬਣਾਵੇ ਜਿੰਨੇ ਪ੍ਰਵਾਸੀ ਇਸ ਸਟੇਟ ਦੇ ਵਿੱਚ ਮੌਜੂਦ ਨੇ ਉਹਨਾਂ ਤੱਕ ਰੋਟੀ ਪਹੁੰਚਾਵੇ। ਜੋ ਐਮਐਲਏ ਜਾਂ ਲੋਕਲ ਕਾਂਗਰਸ ਦੇ ਵਰਕਰ ਇਹਦੇ ਤੇ ਰਾਸ਼ਨ ਤੇ ਸਿਆਸਤ ਕਰ ਰਹੇ ਨੇ, ਔਰ ਜੋ ਸਭ ਤੋਂ ਵੱਡੀ ਸਿਆਸਤ, ਮੈਂ ਕੋਈ ਵੀ ਪੋਲੀਟੀਕਲ ਗੱਲ ਕਰਨੀ ਨਹੀਂ ਚਾਹੁੰਦਾ ਸੀ, ਪੰਜਾਬ ਸਰਕਾਰ ਨੇ ਪਹਿਲੇ 15-16 ਦਿਨ ਦਾ ਸਿਰਫ ਜੋ ਮੁੱਖ ਮੰਤਰੀ ਸਾਹਿਬ ਦੇ ਰਾਸ਼ਨ ਵੰਡਣ ਵਾਲੇ ਲਿਫਾਫੇ ਸੀ ਉਹਨਾਂ ਦੀ ਪ੍ਰਿੰਟਿੰਗ ਦੇ ਉੱਤੇ ਹੀ ਲਾਤੇ। ਕੀ ਇਹ ਜ਼ਰੂਰੀ ਸੀ ਇਸ ਸਮੇਂ ਦੇ ਵਿੱਚ ਕਿ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾ ਕੇ ਰਾਸ਼ਨ ਵੰਡਿਆ ਜਾਵੇ? ਉਹ ਰਾਸ਼ਨ ਵੈਸੇ ਵੀ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਸੀ। ਸੋ ਕਿਤੇ ਨਾ ਕਿਤੇ ਅਗਰ ਪੰਜਾਬ ਦੇ ਵਿੱਚ, ਮੈਂ ਦੁਬਾਰਾ ਕਹਿਣਾ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ, ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੋ ਗਿਆ ਜਾਂ ਹੋਰ ਸੰਸਥਾਵਾਂ ਜਿਹੜੀਆਂ ਲੱਗੀਆਂ ਨੇ, ਅਗਰ ਉਹ ਨਾ ਮਦਦ ਕਰਦੀਆਂ ਤਾਂ ਪੰਜਾਬ ਦੇ ਵਿੱਚ ਰਾਸ਼ਨ ਲਈ ਗਰੀਬ ਦੀ ਇਸ ਤੋਂ ਵੀ ਬੁਰੀ ਹਾਲਤ ਹੋ ਸਕਦੀ ਸੀ। ਸੋ ਕਿਤੇ ਨਾ ਕਿਤੇ ਮੈਂ ਫੇਰ ਦੁਬਾਰਾ ਬਲੀਆਵਾਲਾ ਸਾਹਿਬ ਨੂੰ ਕਹੂੰਗਾ ਕਿ ਸਿਆਸਤ ਪੋਲੀਟੀਕਲ ਗੱਲਾਂ ਫੇਰ ਕਰਾਂਗੇ, ਆਓ ਰਲ ਕੇ ਮਿਲ ਕੇ ਖੜੀਏ ਔਰ ਪੰਜਾਬ ਦੇ ਵਿੱਚ ਪਹਿਲਾਂ ਤਾਂ ਜੋ ਇਹ ਵਿਪਤਾ ਆਈ ਹੈ ਸਿਰਫ ਇਹਦੇ ਨਾਲ ਨਜਿੱਠੀਏ, ਔਰ ਬਾਕੀ ਗੱਲਾਂ ਨੇ ਚੱਲਦੀਆਂ ਰਹਿਣਗੀਆਂ। ਇਕਨੋਮੀ ਨੂੰ ਵੀ ਖੜੀ ਕਰ ਲਾਂਗੇ, ਉਹ ਸਾਰਾ ਕੁਝ ਨਾਲ ਚੱਲੂਗਾ, ਪਰ ਜੋ ਬੇਸਿਕ ਰਿਕੁਆਇਰਮੈਂਟ ਹੈ ਪਹਿਲਾਂ ਪੰਜਾਬ ਚੋਰੀ ਲੜਾਈ ਲੜੀਏ। ਨਹੀਂ, ਬਿਲਕੁਲ ਸਹੀ ਗੱਲ ਹੈ ਕਲੇਰ ਸਾਹਿਬ। ਕਿਸੇ ਇਸ ਮਾਮਲੇ ਨੂੰ ਪੋਲੀਟੀਸਾਈਜ਼ ਪੈਸੇ ਪਾਵੇ, ਜੋ ਗਰੀਬ ਦਿਹਾੜੀਦਾਰ ਮਜ਼ਦੂਰ ਨੇ ਉਹਨਾਂ ਨੂੰ ਪੰਜਾਬ ਸਰਕਾਰ ਉਹਨਾਂ ਨੂੰ ਪੈਸੇ ਪਾਵੇ, ਅਗਲੇ 6 ਮਹੀਨਿਆਂ ਤੱਕ ਉਹਨਾਂ ਦੇ ਅਕਾਊਂਟ 'ਚ ਪੰਜਾਬ ਸਰਕਾਰ ਕੁਝ ਨਾ ਕੁਝ ਪਾਵੇ। ਪੋਲੀਟੀਸਾਈਜ਼ ਬਿਲਕੁਲ ਨਹੀਂ ਕਰ ਰਹੇ ਕੋਈ ਵੀ ਮੁੱਦਾ। ਜਿਹੜਾ ਖਾਸ ਤੌਰ ਤੇ ਇਹ ਜਿਹੜਾ ਮੁੱਦਾ ਹੈਗਾ ਇਸ ਨੂੰ ਤਾਂ ਪੋਲੀਟੀਸਾਈਜ਼ ਕਰਨ ਦੀ ਲੋੜ ਵੀ ਨਹੀਂ ਹੈਗੀ ਔਰ ਨਾ ਹੀ ਹੋ ਰਿਹਾ ਹੈਗਾ। ਆਪਾਂ ਜਨਰਲ ਟਾਕ ਕਰ ਰਹੇ ਹਾਂ। ਜਿਵੇਂ ਮੈਂ ਤੁਹਾਨੂੰ ਇਹ ਸਵਾਲ ਪੁੱਛਿਆ ਕੀ ਪੰਜਾਬ ਸਰਕਾਰ ਆਪਣੇ ਤੌਰ ਤੇ ਵੀ ਇੰਡਸਟਰੀ ਦੇ ਲਈ ਕੁਝ ਕਰ ਸਕਦੀ ਹੈਗੀ ਹੈ, ਇਹਦਾ ਜਵਾਬ ਆਪਾਂ ਪ੍ਰਿਤਪਾਲ ਜੀ ਕੋਲ ਲੈ ਲੈਂਦੇ ਹਾਂ। ਪ੍ਰਿਤਪਾਲ ਜੀ, ਦੇਖੋ ਗੱਲ ਇਹ ਹੈ, ਮੈਂ ਤਾਂ ਪੋਲੀਟੀਕਲ ਕੋਈ ਗੱਲ ਹੀ ਨਹੀਂ ਕੀਤੀ, ਮੈਂ ਤਾਂ ਇੱਕ ਬੇਨਤੀ ਕੀਤੀ ਕਿ ਈਐਮਆਈ ਜਨਰਲ ਪਬਲਿਕ ਦਾ ਇਸ਼ੂ ਹੈਗਾ। ਰਾਈਟ ਮੈਂ ਇਸੇ ਕਰਕੇ ਕਲੀਅਰ ਕਰਤਾ ਹੈ ਕਿ ਇਹ ਪੋਲੀਟੀਸਾਈਜ਼ ਨਹੀਂ ਹੋ ਰਿਹਾ ਹੈਗਾ, ਇੱਕ ਜਨਰਲ ਟਾਕ ਚੱਲ ਰਹੀ ਹੈ। ਮੈਂ ਇਸ ਕਰ ਜਨਰਲ ਟਾਕ ਹੈਗੀ ਆ। ਦੂਸਰੀ ਗੱਲ ਇਹ ਹੈ ਅਸੀਂ ਬੇਲ ਆਊਟ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਜੀਐਸਟੀ ਕਲੈਕਸ਼ਨ ਆ ਜਿਹੜੀ ਉਹ ਸੈਂਟਰ ਗਵਰਨਮੈਂਟ ਲੈਂਦੀ ਹੈ, ਤੇ ਜੇ ਉਹ ਜੀਐਸਟੀ ਸੈਂਟਰ ਲੈਂਦੀ ਹੈ ਤਾਂ ਸਟੇਟ ਕੋਲ ਤਾਂ ਐਕਸਾਈਜ਼ ਹੈ,
ਐਕਸਾਈਜ਼ ਸਾਡੀ ਮਾਫ ਚੱਲਦੀ ਪਈ, ਐਕਸਾਈਜ਼ ਦਾ ਕੋਈ ਧੰਦਾ ਹੀ ਨਹੀਂ ਹੋ ਰਿਹਾ, ਅਸੀਂ ਤਾਂ ਉਹੀ ਮਾਫ ਕਰ ਸਕਦੇ ਹਾਂ ਜੋ ਕਰ ਸਕਦੇ ਹਾਂ। GST ਦਾ ਅਗਰ ਕੰਪਨਸੇਸ਼ਨ ਸਾਡਾ ਪੈਂਡਿੰਗ ਪਿਆ, ਅਸੀਂ ਅਪੀਲ 4 ਵਾਰ ਕਰ ਚੁੱਕੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਜ਼ਿਆਦਾ GST ਪੈਂਡਿੰਗ ਪਿਆ, ਸੈਂਟਰ ਗਵਰਨਮੈਂਟ ਉਹ ਸਾਡੀ ਕਿਸ਼ਤ ਸਾਨੂੰ ਦੇ ਦੇ ਤਾਂ ਜੋ ਅਸੀਂ ਅੱਗੇ ਚਾਲੂ ਕਰਾ ਸਕੀਏ। ਹੁਣ ਜਿਹੜੀ ਅਸੀਂ ਪੇ ਮੁਲਾਜ਼ਮਾਂ ਨੂੰ ਤਨਖਾਹ ਵੀ ਦਿੱਤੀ ਆ, ਅਸੀਂ ਲੋਨ ਚੱਕ ਕੇ ਦਿੱਤੀ, ਕੋਈ ਕੰਮ ਹੀ ਨਹੀਂ ਹੋ ਰਿਹਾ। ਸਰਕਾਰ ਨੂੰ ਰੈਵਨਿਊ ਕਿੱਥੋਂ ਦਾ ਆਊਗਾ ਨਾ, ਤਾਂ ਹੀ ਦਿੱਤਾ ਜਾਊਗਾ। ਸੈਕੰਡਲੀ ਫੋਟੋ ਰਾਜਨੀਤੀ ਦੀ ਗੱਲ ਹੈ। ਫੋਟੋ ਅਗਰ ਮੋਦੀ ਸਾਹਿਬ ਨੇ ਆਪਦੀ ਕਿਟਸ ਦੇ ਉੱਪਰ ਫੋਟੋ ਲਾਈ ਹੈ, ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਰਾਸ਼ਨ ਆਪਦੇ ਏਰੀਆ ਦੇ ਵਿੱਚ ਵੰਡਿਆ ਉਹਦੇ 'ਚ ਫੋਟੋਆਂ ਲੱਗ ਰਹੀਆਂ, ਤਾਂ ਫੋਟੋ ਕੇਜਰੀਵਾਲ ਉਹਨਾਂ ਨੇ ਵੀ ਲਾਈ ਹੈ, ਬਾਕੀ ਸਾਰਿਆਂ ਨੇ ਲਾਈ ਹੈ। ਅਗਰ ਪੰਜਾਬ ਸਰਕਾਰ ਕਿਸੇ ਨੂੰ ਕੋਈ ਚੀਜ਼ ਪ੍ਰੋਵਾਈਡ ਕਰ ਰਹੀ ਆ ਤਾਂ ਉਸ ਦੇ ਉੱਪਰ ਪੰਜਾਬ ਸਰਕਾਰ ਦਾ ਲੋਗੋ ਤਾਂ ਲੱਗੂਗਾ ਹੀ, ਪਹਿਲਾਂ ਵੀ ਲੱਗਦਾ ਰਿਹਾ। ਕਲੀਅਰ ਸਾਹਿਬ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇੰਨੇ ਦਿਨ ਨਹੀਂ ਲੱਗੇ। ਜਿੱਦਣ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕਰਤਾ ਸੀ ਉਧਰ ਹੀ ਕਾਂਗਰਸ ਪਾਰਟੀ ਦੇ ਵਰਕਰ ਸਟਾਰਟ ਹੋ ਗਏ ਸੀ ਲੋਕਾਂ ਦੀ ਸਪੋਰਟ ਕਰਨ ਨੂੰ, ਹੈਲਪ ਕਰਨ ਨੂੰ। ਕੈਪਟਨ ਅਮਰਿੰਦਰ ਸਿੰਘ ਵੀ ਤੇ ਪੂਰਾ ਪੰਜਾਬ ਕਾਂਗਰਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹੈ ਕਿ ਉਹਨਾਂ ਨੇ ਲੋਕਾਂ ਦੀ ਅੱਗੇ ਹੋ ਕੇ ਮਦਦ ਕੀਤੀ। ਇਹ ਧਰਮ ਸੀ ਸ਼੍ਰੋਮਣੀ ਕਮੇਟੀ ਦਾ ਵੀ, ਕਿਉਂਕਿ ਸਿਧਾਂਤ ਵੀ ਇਹੀ ਕਹਿੰਦੇ ਨੇ ਗੁਰੂ ਪੰਥ ਦੇ ਚਲਾਏ ਹੋਏ ਕਿ ਅਗਰ ਪੰਜਾਬ ਦੇ ਵਿੱਚ ਗੁਰੂ ਦਾ ਲੰਗਰ ਜਦੋਂ ਤੋਂ ਚੱਲਿਆ ਆਉਂਦਾ ਵਾ, ਸਟਾਰਟ ਕੀਤਾ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਨਾਲ, ਉਹ ਤੇ ਲੋਕਾਂ ਲਈ ਮੁਹੱਈਆ ਹੁੰਦਾ ਵਾ, ਕੋਈ ਭੁੱਖਾ ਨਾ ਸੋਵੇ। ਇਸ ਕਰਕੇ ਅਸੀਂ ਧੰਨਵਾਦੀ ਹਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈਗਾ, ਪੰਜਾਬ ਦੇ ਲੋਕਾਂ ਲਈ ਕੀਤਾ ਹੈਗਾ। ਈਵਨ ਉਹਨਾਂ ਦਾ ਫਰਜ਼ ਵੀ ਬਣਦਾ ਸੀ। ਪਰ ਇਹਨਾਂ ਚੀਜ਼ਾਂ ਨੂੰ ਆਪਾਂ ਸਾਈਡ ਰੱਖ ਕੇ ਇਸ ਵੇਲੇ ਮੁੱਖ ਮੰਗਾਂ ਨੇ ਜੋ ਪੰਜਾਬ ਦੀਆਂ, ਆਪਾਂ ਉਸ ਤੇ ਕਰੀਏ। ਅਸੀਂ ਤੁਹਾਡੀ ਸਪੋਰਟ ਦੀ ਵੀ ਲੋੜ ਹੈ, ਕਿਉਂਕਿ ਇਸ ਵੇਲੇ ਜਿਹੜਾ ਸੀਜ਼ਨ ਚੱਲਦਾ ਪਿਆ ਕਣਕ ਦੀ ਚੁਕਾਈ ਦਾ, ਅਸੀਂ ਸਾਰੇ MLA ਸਾਹਿਬ ਨੂੰ ਅਪੀਲ ਕਰਦੇ ਪਏ ਆ ਕਿ ਉਹ ਆਪਦੇ ਇਲਾਕੇ 'ਚ ਜਾਣ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਆਮ ਆਦਮੀ ਪਾਰਟੀ ਨੇ, ਚਾਹੇ ਅਕਾਲੀ ਦਲ ਦੇ ਨੇ, ਕਿ ਜਿੱਥੇ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਇਹ MLA ਉੱਥੋਂ ਦੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ, ਤੇ ਉਹਨੂੰ ਲੋਕਾਂ ਦੇ ਵਿੱਚ ਜਾ ਕੇ ਜੋ ਉੱਥੋਂ ਦੀਆਂ ਦਿੱਕਤ ਪਰੇਸ਼ਾਨੀਆਂ ਵਾ ਉਸ ਚੀਜ਼ ਨੂੰ ਸੋਲਵ ਕਰਨਾ ਉਹਦਾ ਮੁੱਢਲਾ ਫਰਜ਼ ਹੈ, ਤੇ ਉਹ ਇਹਨਾਂ ਚੀਜ਼ਾਂ ਦੇ ਉੱਪਰ ਆਪ ਦਾ ਪਹਿਰਾ ਦੇਵੇ। ਇਹੀ ਸਾਡੀ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਤੇ ਬਾਕੀ ਸਿਆਸੀ ਪਾਰਟੀਆਂ ਨੂੰ। ਰਾਈਟ, ਕਲੀਅਰ ਸਾਹਿਬ ਕੁਝ ਇੱਕ ਲੋਕਾਂ ਦੀ ਹੋਰ ਵੀ ਪ੍ਰੋਬਲਮਸ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਹੈਗੀਆਂ ਨੇ, ਉਹ ਪ੍ਰੋਬਲਮਸ ਨੂੰ ਵੀ ਆਪਾਂ ਡਿਸਕਸ ਕਰ ਲੈਂਦੇ ਆ ਕਿ ਜਿਵੇਂ ਮੈਡੀਕਲ ਫੈਸਿਲਿਟੀਜ਼ ਨੂੰ ਲੈ ਕੇ ਗੱਲ ਹੋ ਰਹੀ ਹੈ ਕਿ ਕੁਝ ਇੱਕ ਕਲੈਰੀਫਿਕੇਸ਼ਨਸ ਨਹੀਂ ਹੈਗੀਆਂ ਹਸਪੀਟਲਸ ਵੱਲੋਂ ਜਾਂ ਮੈਡੀਕਲ ਸਟਾਫ ਵੱਲੋਂ ਕਿ ਜਿਹੜੇ ਹੁਣ ਲੋਕ ਆਲਰੇਡੀ ਕਿਸੇ ਬਿਮਾਰੀ ਤੋਂ ਪੀੜਤ ਹੈਗੇ ਨੇ ਉਹ ਆਪਣਾ ਇਲਾਜ ਕਿੱਥੇ ਜਾ ਕੇ ਕਰਵਾਉਣ, ਕਿਉਂਕਿ ਹਾਲੇ ਜਿਹੜੀ ਪ੍ਰਾਇੋਰਟੀ ਹੈਗੀ ਹੈ ਉਹ ਸਿਰਫ ਇਹੀ ਹੈਗੀ ਹੈ ਕਿ ਕਰੋਨਾ ਵਾਇਰਸ ਦੇ ਖਿਲਾਫ ਲੜਾਈ ਜਿਹੜੀ ਹੈ ਉਸ 'ਤੇ ਕਿਵੇਂ ਜਿੱਤ ਹਾਸਲ ਕੀਤੀ ਜਾ ਸਕੇ। ਸੋ ਮੈਡੀਕਲ ਫੈਸਿਲਿਟੀਜ਼ ਨੂੰ ਲੈ ਕੇ ਕਿਸ ਤਰੀਕੇ ਦੇ ਜਿਹੜੇ ਬੰਦੋਬਸਤ ਹੈਗੇ ਨੇ ਜਾਂ ਕਲੈਰੀਫਿਕੇਸ਼ਨਸ ਹੈਗੇ ਨੇ ਜਾਂ ਕਲੈਰਿਟੀ ਜਿਹੜੀ ਹੈਗੀ ਹੈ ਉਸ 'ਤੇ ਤੁਹਾਡਾ ਕੀ ਰਿਐਕਸ਼ਨ ਹੈ? ਸਾਰਾ ਧਿਆਨ ਕਰੋਨਾ ਦੇ ਉੱਤੇ ਕੇਂਦਰਿਤ ਹੋ ਗਿਆ। ਇਸ ਤੋਂ ਬਿਨਾਂ ਵੀ ਲੋਕਾਂ ਨੂੰ ਬਹੁਤ ਹੈਲਥ ਫੈਸਿਲਿਟੀਜ਼ ਦੀ ਲੋੜ ਹੈ, ਔਰ ਜਿੱਦਾਂ ਅਸੀਂ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿੰਨੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੇ ਨਾਲ ਜਿੰਨੇ ਵੱਡੇ ਹਸਪਤਾਲ ਪੰਜਾਬ ਦੇ ਵਿੱਚ ਹੈਗੇ ਨੇ, ਮੁੱਖ ਮੰਤਰੀ ਸਾਹਿਬ ਨੂੰ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਔਰ ਇਹ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਵਿਸ਼ਵਾਸ ਦੇ ਵਿੱਚ ਲੈ ਕੇ ਇਹ ਕਿਤੇ ਨਾ ਕਿਤੇ OPD ਜਨਰਲ ਤੌਰ ਤੇ ਦੂਜੇ ਚੀਜ਼ਾਂ ਲਈ ਵੀ ਸਟ੍ਰੀਮਲਾਈਨ ਕਰਕੇ ਚਲਾਉਣੀਆਂ ਪੈਣਗੀਆਂ, ਕਿਉਂਕਿ ਪੰਜਾਬ ਦੇ ਵਿੱਚ ਕੱਲਾ ਕਰੋਨਾ ਨਹੀਂ, ਹੋਰ ਵੀ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਹੋਰ ਤਰ੍ਹਾਂ ਦੇ ਵੀ ਪੇਸ਼ੈਂਟ ਹੈਗੇ, ਹੋਰ ਵੀ ਮੈਡੀਕਲ ਫੈਸਿਲਿਟੀ ਦੀ ਲੋੜ ਹੈ। ਸੋ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ ਭਰੋਸੇ ਦੇ ਵਿੱਚ ਨਹੀਂ ਲਊਗੀ, ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਹਨਾਂ ਨੂੰ ਇਸ ਸਥਿਤੀ ਦੇ ਵਿੱਚ, ਔਰ ਅਗਰ ਕੋਈ ਨਹੀਂ ਸਾਥ ਦਿੰਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ, ਪਰ ਸਭ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਇਸ ਸਥਿਤੀ ਨੂੰ ਹੁਣ ਨਜਿੱਠਣਾ ਪਏ। ਬਿਲਕੁਲ ਪ੍ਰਿਤਪਾਲ ਜੀ, ਇਹ ਸਵਾਲ ਇਸ ਕਰਕੇ ਅਸੀਂ ਚੁੱਕ ਰਹੇ ਹੈਗੇ ਹਾਂ ਕਿਉਂਕਿ ਕੁਝ ਇੱਕ ਸਾਡੇ ਕੋਲ ਰਿਪੋਰਟ ਸਾਹਮਣੇ ਆਈਆਂ ਕਿ ਲੋਕਡਾਊਨ ਦਾ ਪੀਰੀਅਡ ਚੱਲਦਾ ਪਿਆ ਹੈਗਾ। ਕੁਝ ਇੱਕ ਲੋਕ ਜਿਹੜੇ ਹੈਗੇ ਨੇ ਸੀਰੀਅਸ ਪੇਸ਼ੈਂਟਸ ਜਿਹੜੇ ਆਲਰੇਡੀ ਹੈਗੇ ਨੇ, ਭਾਵੇਂ ਉਹ ਡਾਇਬਟਿਕ ਹੋਣ, ਭਾਵੇਂ ਉਹ ਕੈਂਸਰ ਪੇਸ਼ੈਂਟਸ ਹੋਣ ਜਾਂ ਹਾਈਪਰਟੈਂਸ਼ਨ ਦੇ ਕੋਈ ਪੇਸ਼ੈਂਟਸ ਹੋਣ ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੋਣ, ਉਹਨਾਂ ਨੂੰ ਆਪਣਾ ਜਿਹੜਾ ਟ੍ਰੀਟਮੈਂਟ ਕਰਵਾਉਣ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਗੱਲ ਅਗਰ ਕਰੋਨਾ ਵਾਇਰਸ ਦੀ ਕੀਤੀ ਜਾਵੇ ਤਾਂ ਕਰੋਨਾ ਵਾਇਰਸ ਦਾ ਜਿਹੜਾ ਸਭ ਤੋਂ ਵੱਧ ਅਟੈਕ ਜਿਹੜਾ ਹੈਗਾ ਉਹ ਅਜਿਹੇ ਪੇਸ਼ੈਂਟਸ 'ਤੇ ਹੀ ਸਭ ਤੋਂ ਵੱਧ ਵੇਖਿਆ ਗਿਆ ਕਿ ਜਿਹੜੇ ਆਲਰੇਡੀ ਕਿਸੇ ਬਿਮਾਰੀ ਤੋਂ ਪੀੜਤ ਹੈਗੇ ਨੇ। ਸੋ ਉਹਨਾਂ ਲੋਕਾਂ ਦਾ ਇਹ ਕਹਿਣਾ ਹੈਗਾ ਹੈ ਕਿ ਲੋਕਾਂ ਨੂੰ ਮੈਡੀਕਲ ਫੈਸਿਲਿਟੀਜ਼ ਉਹਨਾਂ ਦੀਆਂ ਬਿਮਾਰੀਆਂ ਦੇ ਨਾਲ ਰਿਲੇਟਡ ਉਹ ਹਸਪੀਟਲਸ ਦੇ ਵਿੱਚ ਨਹੀਂ ਮਿਲ ਪਾ ਰਹੀਆਂ। ਦੇਖੋ ਆਸੂ ਜੀ, ਬਿਲਕੁਲ ਠੀਕ ਗੱਲ ਹੈ, ਕਿਉਂਕਿ ਜਦੋਂ ਇੱਕਦਮ ਲਾਕਡਾਊਨ ਹੋਇਆ ਤਾਂ ਸਾਰਾ ਜਿੱਦਾਂ ਵੀ ਸਿਸਟਮ ਸੀ ਉਹਨੂੰ ਇੱਕਦਮ ਸ਼ਟ ਡਾਊਨ ਕਰਤਾ ਗਿਆ, OPDs ਬੰਦ ਕਰਤੀਆਂ ਗਈਆਂ ਸਾਰੇ ਡਾਕਟਰਸ ਨੂੰ। ਉਸ ਤੋਂ ਬਾਅਦ
ਮੁੱਖ ਮੰਤਰੀ ਸਾਹਿਬ ਨੇ ਵੀ ਅਪੀਲ ਕੀਤੀ ਸੀ ਡਾਕਟਰਸ ਨੂੰ, ਜਿਹੜੇ ਨਿੱਜੀ ਹਸਪਤਾਲ ਸੀ, ਕੋਈ ਗਰਭਵਤੀ ਔਰਤ ਦਾ ਵੀ ਕੇਸ ਅੱਗੇ ਆਇਆ ਸੀਗਾ ਤੇ ਕਈ ਹਸਪੀਟਲ ਟ੍ਰੀਟ ਨਹੀਂ ਕੀਤਾ ਸੀ, ਉਹਨਾਂ ਤੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਉਹਨਾਂ ਦੇ ਲਾਇਸੈਂਸਿਸ ਕੈਂਸਲ ਕਰਤੇ ਗਏ ਸੀ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਲੁਧਿਆਣਾ ਪੁਲਿਸ ਆ ਜਿਹੜੀ, ਉਹ ਜਿੰਨੇ ਸੀਨੀਅਰ ਡਾਕਟਰਸ ਨੇ ਉਹਨਾਂ ਨੂੰ ਪੈਨਲਾਈਜ਼ ਕਰਕੇ ਫੇਸਬੁੱਕ ਰਾਹੀਂ ਲੋਕਾਂ ਦੇ ਵਿੱਚ ਇੱਕ ਮੈਸੇਜ, ਅਗਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈਗੀ ਆ ਤਾਂ 2 ਘੰਟੇ ਦਾ ਉਹ ਲਾਈਵ ਟਾਕ ਸ਼ੋ ਰੱਖਿਆ ਗਿਆ ਵਾ ਕਿ ਅਗਰ ਤੁਹਾਨੂੰ ਕੋਈ ਐਸੀਆਂ ਪ੍ਰੋਬਲਮਸ ਨੇ, ਤੁਹਾਡੀ ਦਵਾਈ ਬੂਟੀ ਦੇ ਵਿੱਚ ਜਾਂ ਤੁਹਾਡੇ ਕੰਸਲਟੈਂਟ ਕੁਝ ਹੈਗੇ ਨੇ, ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਆ, ਕਿਸੇ ਵੀ ਕਿਸਮ ਦੀ ਡਿਸੀਜ਼, ਬਹੁਤ ਤਰ੍ਹਾਂ ਦੇ ਸ਼ੂਗਰ ਪੇਸ਼ੈਂਟ ਪੰਜਾਬ ਦੇ ਵਿੱਚ ਬਹੁਤ ਨੇ, ਹਾਰਟ ਪੇਸ਼ੈਂਟ ਬਹੁਤ ਨੇ, ਬਟ OPDs ਕਈ ਹਸਪੀਟਲਸ ਦੀ ਵਰਕਿੰਗ ਹੈਗੀਆਂ, ਡਾਕਟਰਸ ਨਾਲ ਟੈਲੀਫੋਨ ਤੇ ਲੋਕ ਕੰਟੈਕਟ ਵੀ ਕਰ ਸਕਦੇ ਨੇ। ਡਾਕਟਰਸ ਨੂੰ ਅਸੀਂ ਅਪੀਲ ਕੀਤੀ ਆ ਕਿ ਕਿਉਂਕਿ ਇਸ ਵੇਲੇ ਡਾਕਟਰ ਹੀ ਰੱਬ ਹੈ ਇਸ ਬਿਮਾਰੀ ਦਾ, ਤੇ ਉਹੀ ਟ੍ਰੀਟ ਕਰਦਾ, ਉਹੀ ਰੱਬ ਦੇ ਬੰਦੇ ਬਣ ਕੇ ਲੋਕਾਂ ਦੇ ਨਾਲ ਜੂਝਦੇ ਪਏ ਨੇ। ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿਉਂਕਿ ਐਸੀ ਚੀਜ਼ ਆ ਮਚੰਦਾ ਜੀ, ਇਹਦਾ ਕੋਈ ਆਨਸਰ ਮੈਨੂੰ ਨਹੀਂ ਲੱਗਦਾ ਕਿ ਇਹ ਤਾਂ ਅਸੀਂ ਅਪੀਲ ਹੀ ਕਰ ਸਕਦੇ ਹਾਂ। ਡਾਕਟਰਸ ਜਿਨ੍ਹਾਂ ਨੇ ਡਾਕਟਰੀ ਕੀਤੀ ਉਹਨਾਂ ਦਾ ਫਰਜ਼ ਹੈ, ਉਹਨਾਂ ਦਾ ਧਰਮ ਹੈ ਇਹਨਾਂ ਚੀਜ਼ ਨੂੰ। ਅਸੀਂ ਤਾਂ OPDs ਓਪਨ ਕਰ ਚੁੱਕੇ ਹਾਂ ਆਲਰੇਡੀ। ਅਗਰ ਤੁਹਾਡੇ ਨਾਲ ਕੋਈ ਪੇਸ਼ੈਂਟ ਹੈਗਾ, ਤੁਸੀਂ ਆਪਦੇ ਡਾਕਟਰ ਆ ਜੋ ਕੰਸਲਟੈਂਟ ਹੈ, ਤੇ ਉਹ ਡਾਕਟਰ ਸਾਹਿਬ ਫੋਨ ਚੱਕਦੇ ਨੇ, ਨਹੀਂ ਚੱਕਦੇ ਨੇ, ਸਰਕਾਰ ਨੂੰ ਦੱਸੋ, ਅਸੀਂ ਉਹਨਾਂ ਨੂੰ ਬੇਨਤੀ ਦੁਬਾਰਾ ਕਰਾਂਗੇ ਕਿ ਜਿਹੜੇ ਤੁਹਾਡੇ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਡੀਲ ਕਰੋ, ਉਹਨਾਂ ਨਾਲ ਟੈਲੀਫੋਨ ਤੇ ਕਨਵਰਸੇਸ਼ਨਸ ਨਾਲ ਉਸੇ ਗੱਲ ਤੇ ਆ ਰਿਹਾ ਕਿ ਜਿਹੜੀ ਠੀਕ ਹੈ ਤੁਸੀਂ ਗੱਲ ਕਹਿ ਰਹੇ ਹੋ ਕਿ ਕੁਝ ਇੱਕ OPDs ਜਿਹੜੀਆਂ ਹੈਗੀਆਂ ਨੇ ਉਹ ਖੁੱਲੀਆਂ ਹੋਈਆਂ ਨੇ ਜਨਰਲ ਪੇਸ਼ੈਂਟਸ ਵਾਸਤੇ ਜਾਂ ਜਿਹੜੇ ਹੋਰ ਜਿਹੜੇ ਪੇਸ਼ੈਂਟਸ ਹੈਗੇ ਨੇ ਉਹਨਾਂ ਵਾਸਤੇ ਖੁੱਲੀਆਂ ਹੋਈਆਂ, ਪਰ ਉਸ ਦੀ ਕਲੈਰਿਟੀ ਨਹੀਂ ਹੈਗੀ ਕਿ ਕਿੱਥੇ ਕਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ, ਕਿਉਂਕਿ ਜਿਹੜੀਆਂ ਸਾਡੇ ਕੋਲ ਰਿਪੋਰਟ ਸਾਹਮਣੇ ਆਈਆਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੱਥੇ ਉਹਨਾਂ ਦਾ ਇਲਾਜ ਹੋ ਸਕਦਾ ਹੈ, ਕਿੱਥੇ OPD ਜਿਹੜੀ ਹੈਗੀ ਹੈ ਅਜਿਹੀ ਖੁੱਲੀ ਹੋਈ ਹੈ ਕਿਉਂਕਿ ਤੁਰੰਤ ਪ੍ਰਭਾਵ ਦੇ ਨਾਲ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਉਹ ਕਲੈਰਿਟੀ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਮੈਡੀਕਲ ਸਟਾਫ ਵੱਲੋਂ ਜਾਂ ਜਿਹੜੇ ਹੋਰ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਵੀ ਸ਼ਾਇਦ ਇਸ ਕਲੈਰਿਟੀ ਦੀ ਲੋੜ ਹੈਗੀ ਹੈ ਕਿ ਤਾਂ ਕਿ ਲੋਕ ਉੱਥੇ ਪਹੁੰਚ ਸਕਣ, ਆਪਣਾ ਇਲਾਜ ਜਿਹੜੇ ਹੋਰ ਬਿਮਾਰੀਆਂ ਹੈਗੀਆਂ ਨੇ ਉਹਨਾਂ ਦਾ ਵੀ ਕਰਵਾ ਸਕਣ। ਦੇਖੋ ਕੁਝ ਜਿਹੜੇ ਮੇਨ ਹਸਪੀਟਲਸ ਨੇ ਪੰਜਾਬ ਦੇ ਉਹ ਓਪਨ ਨੇ ਇਸ ਵੇਲੇ, ਉਹਨਾਂ ਦੀ OPDs ਜਿਹੜੇ ਡਾਕਟਰ ਨਾਲ ਕੰਸਲਟੈਂਟ ਹੈਗੇ ਨੇ, ਜਿਨ੍ਹਾਂ ਦਾ ਪੁਰਾਣਾ ਇਲਾਜ ਚੱਲਦਾ, ਮੈਂ ਉਹੀ ਬੇਨਤੀ ਕਰ ਰਿਹਾ ਕਿ ਉਹਨਾਂ ਨਾਲ ਟੈਲੀਫੋਨਿਕ ਕਨਵਰਸੇਸ਼ਨ ਤੇ ਆਪ ਦੀ ਚੀਜ਼ ਦੱਸੋ। ਅਗਰ ਲੋੜ ਪਈ ਹੈ ਕੋਈ ਐਮਰਜੈਂਸੀ ਸੇਵਾਵਾਂ ਸਾਰੀਆਂ ਚੀਜ਼ ਦੀਆਂ ਖੁੱਲੀਆਂ ਨੇ, ਸਾਰੇ ਵੱਡੇ ਹਸਪੀਟਲਸ ਓਪਨ ਨੇ ਲੋਕਾਂ ਨੂੰ ਟ੍ਰੀਟ ਕਰਨ ਦੇ ਲਈ, ਜਿੰਨੇ ਵੱਡੇ, ਚਾਹੇ ਲੁਧਿਆਣਾ 'ਚ DMC ਆ, ਫੋਰਟਿਸ ਹੈ, CMC ਆ, ਅਪੋਲੋ ਹੈ, ਇਹ ਸਾਰੇ ਓਪਨ ਹੈ। ਮੋਹਾਲੀ ਦੇ ਵਿੱਚ ਵੀ ਮੈਕਸ ਵਗੈਰਾ ਸਾਰੇ ਓਪਨ ਨੇ, ਜਿੱਥੇ ਜਿੱਥੇ ਵੱਡੇ ਹਸਪੀਟਲ ਆ ਐਮਰਜੈਂਸੀ ਸੇਵਾਵਾਂ ਬਹਾਲ ਨੇ। ਪਰ ਜੇ ਅਗਰ ਤੁਸੀਂ ਸ਼ੂਗਰ ਪੇਸ਼ੈਂਟ ਹੋ ਜਾਂ ਕਿਸੇ ਹੋਰ ਬਿਮਾਰੀ ਨਾਲ ਪੀੜਤ ਤੋਂ ਕੋਈ ਦਵਾਈ ਚੇਂਜ ਕਰਨੀ ਹੈ, ਤੇ ਅਸੀਂ ਉਹੀ ਮੈਡੀਕਲ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਟੈਲੀਫੋਨ ਕਨਵਰਸੇਸ਼ਨ ਦੇ ਨਾਲ ਲੋਕਾਂ ਨੂੰ ਡੀਲ ਆਊਟ ਕਰਕੇ ਉਹਨਾਂ ਦਾ ਇਸ ਵੇਲੇ ਜੋ ਮੌਕੇ ਦਾ ਸਮਾਧਾਨ ਆ ਉਹ ਕੀਤਾ ਜਾ ਸਕੇ। ਕਿਉਂਕਿ ਇਸ ਵੇਲੇ ਅਗਰ ਆਪਾਂ ਟਰੈਵਲਿੰਗ ਖੋਲ ਦਾਂਗੇ ਫਿਰ ਉਹ ਸੋਸ਼ਲ ਡਿਸਟੈਂਸਿੰਗ ਦੀ ਦਿੱਕਤ ਆ ਜੂਗੀ, ਕਿਉਂਕਿ ਲੋਕਾਂ ਦਾ ਆਪਾਂ ਦੇਖਿਆ ਪਿਛਲੇ ਦਿਨੀ ਕਹਿੰਦਾ ਜੀ ਕਿ ਮੈਂ ਦਵਾਈ ਲੈਣ ਜਾਣੀ ਹੈ, ਕੀ ਲੈਣ ਜਾਣਾ, ਡਿਟੋਲ ਲੈਣ ਜਾਣੀ ਹੈ, ਉਹ ਚੀਜ਼ਾਂ ਦਾ ਮਿਸਯੂਜ਼ ਕਰਨਾ ਸ਼ੁਰੂ ਕਰ ਦੇਣਗੇ ਲੋਕੀ। ਇਸ ਕਰਕੇ ਇਹ ਚੀਜ਼ਾਂ ਬੰਦ ਨੇ। ਅਗਰ ਕਿਸੇ ਨੂੰ ਐਮਰਜੈਂਸੀ ਦੇ ਲੋੜ ਹੈ, ਅਗਰ ਹੋਰ ਕੋਈ ਨਹੀਂ ਤਾਂ 112 ਦੇ ਕਾਲ ਕਰ ਲਓ, ਉੱਥੇ ਹਰੇਕ ਚੀਜ਼ ਮੁਹੱਈਆ ਕਰਵਾਈ ਜਾਊਗੀ, ਡਾਕਟਰ ਸੁਵਿਧਾਵਾਂ। ਅਗਰ ਤੁਹਾਡੇ ਕੋਈ ਨਹੀਂ ਟ੍ਰੀਟ ਆਊਟ ਕਰਦਾ ਪਿਆ ਤਾਂ ਤੁਹਾਨੂੰ ਉਸ ਦੀ ਵੀ ਹੈਲਪ ਸਾਡੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਸ ਤੇ। ਬਿਲਕੁਲ। ਔਰ ਕਲੇਰ ਸਾਹਿਬ ਇੱਕ ਵਾਰ ਫਿਰ ਤੋਂ ਮੈਂ ਕਿਸਾਨਾਂ ਤੇ ਆ ਜਾਣਾ, ਕਿਉਂਕਿ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਆ ਗਿਆ ਕਿ ਕਿਸਾਨਾਂ ਦੀ ਵੀ ਕੁਝ ਇੱਕ ਪ੍ਰੋਬਲਮ ਜਿਹੜੀ ਇੱਕ ਹੋਰ ਇੰਪੋਰਟੈਂਟ ਪ੍ਰੋਬਲਮ ਜਿਹੜੀ ਹੈਗੀ ਹੈ ਸਾਡੇ ਤੱਕ ਪਹੁੰਚੀ ਸੀ, ਉਹ ਵੀ ਤੁਹਾਡੇ ਧਿਆਨ ਦੇ ਵਿੱਚ ਲੈਣੀ ਬੇਹੱਦ ਜ਼ਰੂਰੀ ਹੈ ਕਿ ਲੋਕਡਾਊਨ ਚੱਲ ਰਿਹਾ ਹੈ ਔਰ ਸਭ ਕੁਝ ਬੰਦ ਹੈਗਾ, ਲੇਕਿਨ ਜਿਵੇਂ ਹੁਣ ਕੰਬਾਈਨ ਜਿਹੜੀ ਹੈਗੀ ਹੈ ਉਸ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ, ਸਪੇਅਰ ਪਾਰਟਸ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਜਾਂ ਮਕੈਨਿਕ ਦੀ ਲੋੜ ਹੈਗੀ ਹੈ ਤਾਂ ਉਹ ਉਹਨਾਂ ਨੂੰ ਅਵੇਲੇਬਲ ਨਹੀਂ ਹੋ ਪਾ ਰਹੇ ਹੈਗੇ। ਮੁੱਖ ਮੰਤਰੀ ਸਾਹਿਬ ਦੀ ਮੀਟਿੰਗ 'ਚ ਵੀ, ਸਰਬਪਾਰੀ ਮੀਟਿੰਗ 'ਚ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਇਹ ਮੁੱਦਾ ਚੁੱਕਿਆ ਸੀ, ਕਿਉਂਕਿ ਇਕੱਲਾ ਖੇਤੀ ਨਹੀਂ, ਖੇਤੀ ਹੁਣ ਜਦੋਂ ਕੰਬਾਈਨਾਂ ਚੱਲਣਗੀਆਂ, ਟਰੈਕਟਰ ਚੱਲਣਗੇ, ਕਲੇਰ ਸਾਹਿਬ ਇਨ ਸ਼ਾਰਟ, ਮੇਰੇ ਕੋਲ ਸਮੇਂ ਦੀ ਥੋੜੀ ਘਾਟ ਹੈਗੀ, ਇਨ ਸ਼ਾਰਟ ਵੀਅਰ ਐਂਡ ਟੀਅਰ ਵੀ ਬਹੁਤ ਹੋਊਗਾ। ਅਸੀਂ ਕੱਲ ਵੀ ਇਹ ਮੁੱਦਾ ਚੱਕ ਕੇ ਹਟਿਆ ਕਿ ਇਹਦੇ ਨਾਲ ਜੋ ਖੇਤੀ ਦੇ ਨਾਲ ਹੁਣ ਰਿਲੇਟਡ ਚੀਜ਼ਾਂ ਨੇ, ਚਾਹੇ ਫਿਰ ਉਹ ਮਕੈਨਿਕ ਨੇ, ਚਾਹੇ ਜੋ ਵੀ ਖੇਤੀ, ਕਿਉਂਕਿ ਇਕੱਲਾ ਇੱਕ ਸੰਦ ਨਹੀਂ, ਕੰਬਾਈਨ ਹੈ ਤਾਂ ਉਹਦੇ ਨਾਲ ਮਕੈਨਿਕ ਵੀ ਚਾਹੀਦਾ, ਸਪੇਅਰ ਪਾਰਟ ਵੀ ਚਾਹੀਦਾ। ਸੋ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਸਾਰੀਆਂ ਪਾਲਿਸੀਜ਼ ਉਸ ਅਕੋਰਡਿੰਗ ਬਣਾਵੇ, ਰੂਲ ਉਸ ਅਕੋਰਡਿੰਗ ਬਣਾਵੇ ਤਾਂ ਕਿ ਬਾਕੀ ਚੀਜ਼ਾਂ ਦੀ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ ਸਰਕਾਰ ਤੇ ਪ੍ਰਸ਼ਾਸਨ ਨੂੰ। ਕਲੇਰ ਸਾਹਿਬ ਤੇ ਪ੍ਰਿਤਪਾਲ ਜੀ ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਕੋਈ ਪੋਲੀਟੀਸਾਈਜ਼ ਨਹੀਂ ਕੀਤਾ ਗਿਆ ਮੁੱਦੇ ਨੂੰ ਔਰ ਨਾ ਹੀ ਇੱਕ ਲੋੜ ਹੈਗੀ ਹੈ, ਕਿਉਂਕਿ ਇੱਕ ਸੀਰੀਅਸ ਜਿਹੜਾ
ਇਹ ਮੁੱਦਾ ਹੈਗਾ ਦੇਸ਼ ਦੇ ਵਿੱਚ ਚੱਲ ਰਿਹਾ ਹੈ। ਕਰੋਨਾ ਵਾਇਰਸ ਦੇ ਖਿਲਾਫ ਜਿਹੜੀ ਲੜਾਈ ਜਿਹੜੀ ਹੈ ਉਹ ਲੜੀ ਜਾ ਰਹੀ ਹੈਗੀ ਹੈ। ਸੋ ਕਈ ਇੱਕ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਅਸੀਂ ਡਿਸਕਸ ਕੀਤਾ ਹੈਗਾ ਕਿ ਲੋਕਾਂ ਨੂੰ, ਆਮ ਲੋਕਾਂ ਨੂੰ ਜਾਂ ਫਿਰ ਕਿਸਾਨਾਂ ਨੂੰ ਕਿਸ ਤਰੀਕੇ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਮੀਦ ਕਰਦੇ ਹਾਂ ਕਿ ਸਰਕਾਰ ਤੇ ਪ੍ਰਸ਼ਾਸਨ ਇਹਨਾਂ ਪ੍ਰੋਬਲਮਸ ਦੇ ਵੱਲ ਜ਼ਰੂਰ ਧਿਆਨ ਦੇਵੇਗਾ ਤੇ ਇਹਨਾਂ ਦੇ ਹੱਲ ਦੇ ਲਈ ਜ਼ਰੂਰ ਕੋਈ ਕਦਮ ਚੁੱਕੇ ਜਾਣਗੇ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ, ਤੁਸੀਂ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ।